ਉਮੀਦਵਾਰ ਵਜੋਂ ਜਿਹੜਾ ਹੈਗਾ ਇੱਕ ਮੁਹਿੰਮ ਪੰਜਾਬ ਦੇ ਅੰਦਰ ਸ਼ੁਰੂ ਕਰ ਦਿੱਤੀ ਹੈ। ਇਹ ਸੁਨੇਹਾ ਨਵਜੋਤ ਸਿੱਧੂ ਲਈ ਨਹੀਂ ਸਗੋਂ ਆਮ ਤੇ ਅਕਾਲੀ ਦਲ ਦੇ ਲਈ ਵੀ ਸੁਨੇਹਾ ਕਿ ਅਸੀਂ ਮੈਦਾਨ ਦੇ ਵਿੱਚ ਨਿਕਲ ਪਏ ਹਾਂ। ਕਿਵੇਂ ਦੇਖਦੇ ਹੋ ਇਸ ਨਵੀਂ ਰਣਨੀਤੀ ਨੂੰ ਕੈਪਟਨ ਅਮਰਿੰਦਰ ਨੇ ਜਿਹੜੀ 3 ਮੈਂਬਰੀ ਕਮੇਟੀ ਤੋਂ ਬਾਅਦ ਪੰਜਾਬ 'ਚ ਤਿਆਰ ਕੀਤੀ ਹੈ? ਜੇ ਕੋਈ ਉਹਨਾਂ ਦਾ ਰੋਸ ਸੀ ਜਾਂ ਕੋਈ ਉਹਨਾਂ ਦੀ ਕੁਐਰੀ ਸੀ ਵੀ ਅਗਾਂਹ ਕੀ ਹੋਣਾ ਹੈ, ਕਿਵੇਂ ਕਰਨਾ ਹੈ, ਪਾਰਟੀ ਨੂੰ ਕਿਵੇਂ ਹੁਣ ਖੜਾ ਕਰੀਏ ਸਵਾਰ ਕੇ, ਫਿਰ ਸਾਰੇ ਹਿੰਦੁਸਤਾਨ 'ਚ ਪੰਜਾਬ ਇਕੱਲੇ ਦੀ ਗੱਲ ਨਹੀਂ ਹੈ, ਕਿਉਂਕਿ ਪੰਜਾਬ ਹੀ ਇੱਕ ਸਟੇਟ ਹੈਗੀ ਹੈ ਜਿੱਥੇ ਇਸ ਵੇਲੇ ਕਾਂਗਰਸ ਦਾ ਸਹੀ ਢੰਗ ਨਾਲ ਕਿਸੇ ਵੱਡੀ ਸਟੇਟ 'ਤੇ ਰਾਜ ਚੱਲ ਰਿਹਾ ਹੈ। ਗੌਰਮੈਂਟ ਦੀ ਫੰਕਸ਼ਨਿੰਗ ਦੇ ਉੱਤੇ ਜਾਂ ਕਾਰਜਸ਼ੈਲੀ ਦੇ ਉੱਤੇ ਕਿਤੇ ਨਾ ਕਿਤੇ ਉਹ ਸਵਾਲ ਨਹੀਂ ਚੁੱਕਦੇ ਰਹੇ, ਪਰ ਉਹ ਅਗਾਹ ਕਰਦੇ ਰਹੇ ਸਰਕਾਰ ਨੂੰ ਵੀ ਆਪਾਂ ਕੁਝ ਥੋੜਾ ਥਿੜਕ ਰਹੇ ਹਾਂ, ਆਪਾਂ ਥੋੜਾ ਜਿਹਾ ਸੰਭਲੀਏ। ਰੈਵਨਿਊ ਕਲੈਕਸ਼ਨ ਦੀ ਗੱਲ ਪੰਜਾਬ ਦੀ ਸਰਕਾਰ ਦੀ ਪਰਫਾਰਮੈਂਸ ਦੀ ਗੱਲ ਇੱਕ ਆਪਣੀ ਜਗ੍ਹਾ ਤੇ ਹੈ, ਪਰ ਕੁਝ ਵਾਅਦੇ ਤਾਂ ਇਹੋ ਜਿਹੇ ਸੀ ਨਾ ਜੀ ਜਿਹੜੇ ਸਰਕਾਰ 'ਚ ਆਉਣ ਤੋਂ ਪਹਿਲਾਂ ਹੀ ਕੀਤੇ ਗਏ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਗੱਲ ਹੈ, ਨਸ਼ਿਆਂ ਦੀ ਗੱਲ ਹੈ, ਇਹਨਾਂ ਮੁੱਦਿਆਂ ਦੀ ਗੱਲ ਹੈ। ਤੇ ਹੁਣ ਕੈਪਟਨ ਨੇ ਜਿਹੜੇ ਬੋਰਡ ਲਗਾਉਣੇ ਸ਼ੁਰੂ ਕਰ ਦਿੱਤੇ, ਇੱਕ ਅੱਧਾ ਦਿਨ ਪਹਿਲਾਂ ਮਾਲ ਵਿੱਚ ਲੱਗਿਆ, ਅੰਮ੍ਰਿਤਸਰ ਦੇ ਵਿੱਚ ਲੱਗਿਆ ਕਿ ਪੰਜਾਬ ਦਾ ਇੱਕੋ ਹੀ ਕੈਪਟਨ। ਮੈਂ ਸਵਾਗਤ ਕਰਦਾ ਤੁਹਾਡੇ ਸਵਾਲ ਦਾ, ਪਰ ਥੋੜਾ ਜਿਹਾ ਤੁਸੀਂ ਪ੍ਰੀਐਮਪਟ ਕਰ ਜਾਂਦੇ ਹੋ। ਮੈਂ ਇਸ ਗੱਲ ਤੇ ਆਉਣਾ ਹੀ ਆਉਣਾ ਕਿਉਂਕਿ ਮੁੱਦਾ ਹੀ ਅੱਜ ਇਹ ਹੈ। ਮੁੱਦਾ ਕਿਉਂਕਿ ਸਰਕਾਰ ਹੈ, ਕੈਪਟਨ ਅਮਰਿੰਦਰ ਅਜੇ ਵੀ ਸੀਐਮ ਨੇ, ਸੋ ਉੱਥੇ 3 ਮੈਂਬਰੀ ਕਮੇਟੀ ਜੋ ਵੀ ਫੈਸਲਾ ਕਰਦੀ ਨਹੀਂ ਕਰਦੀ ਹੈ, ਮੁੱਖ ਮੰਤਰੀ ਤਾਂ ਅਜੇ ਉਹੀ ਨੇ ਨਾ। ਤੇ ਉਹਨਾਂ ਦੇ ਮਨ ਦੀ ਇਹ ਮਨਸ਼ਾ ਹੈਗੀ ਹੈ ਕਿ ਮੇਰੇ ਕੰਮ ਥੋੜੇ ਜਿਹੇ ਅਧੂਰੇ ਰਹਿ ਗਏ ਆ ਤੇ ਮੈਂ ਉਹ ਕੰਮ ਜੇ ਸਾਨੂੰ ਲੋਕ ਦੁਬਾਰਾ ਸਰਕਾਰ ਦਿੰਦੇ ਆ ਤਾਂ ਮੈਂ ਪੂਰੇ ਕਰਨੇ ਚਾਹੂੰਗਾ। ਇਸ ਕਰਕੇ ਜੇ ਉਹ ਮੁੱਖ ਮੰਤਰੀ ਹੋਣਗੇ, ਚਿਹਰਾ ਹੋਣਗੇ, ਤਾਂ ਹੀ ਪੂਰੇ ਕਰ ਪਾਉਣਗੇ ਨਾ ਜੀ ਆਪਦੇ ਵਾਅਦੇ। ਸੋ ਇਸ ਕਰਕੇ ਉਹਨਾਂ ਵੱਲੋਂ ਜਾਂ ਉਹਨਾਂ ਦੇ ਸਪੋਰਟਰਾਂ ਵੱਲੋਂ ਇਹ ਪੋਸਟਰ ਲਾਉਣੇ, ਫਲੈਕਸਾਂ ਲਾਉਣੀਆਂ, ਮੇਰਾ ਖਿਆਲ ਨਹੀਂ ਇਹਦੇ ਨਾਲ ਕੋਈ ਬਹੁਤਾ ਫਰਕ ਪੈਂਦਾ ਲੋਕਾਂ ਦੀ ਮਾਨਸਿਕਤਾ ਤੇ। ਗੱਲਾਂ ਕਰਨੀਆਂ, ਐਡਵਰਟਾਈਜ਼ਮੈਂਟ ਕਰਨੀ ਤੇ ਵੱਡੇ ਪੋਸਟਰ ਬੈਨਰ ਬਣਾ ਕੇ ਲਾਉਣੇ, ਇਹ ਲੋਕ ਇਸ ਗੱਲ ਤੋਂ ਬਹੁਤ ਉੱਪਰ ਉੱਠ ਚੁੱਕੇ ਨੇ। ਵੋਟਰ ਜਿਹੜੇ ਆ ਉਹ ਪ੍ਰੈਕਟੀਕਲ ਭਾਲਦੇ ਆ ਵੀ ਆਹ ਮਸਲੇ ਤੇ ਦੱਸੋ ਸਰਦਾਰ ਜੀ ਕੀਤਾ ਕੀ ਹੈ। ਕੱਲ ਮਾਲਵੇ 'ਚ ਤੇ ਅੱਜ ਮਾਝੇ 'ਚ ਜਿਹੜੇ ਪੋਸਟਰ ਲੱਗੇ ਹੈ, ਕੀ ਗੱਲ ਸਪਸ਼ਟ ਹੋ ਗਈ ਹੈ ਕਿ ਹੁਣ ਕਮੇਟੀ ਜੋ ਮਰਜ਼ੀ ਫੈਸਲਾ ਕਰੇ, ਪੰਜਾਬ ਦਾ ਕੈਪਟਨ ਤਾਂ ਅਮਰਿੰਦਰ ਹੀ ਹੋਏਗਾ। ਇਹਦੇ ਨਾਲ ਇੱਕ ਸਵਾਲ ਆਪ ਦੇ ਉੱਤੇ ਵੀ ਲਾਗੂ ਹੁੰਦਾ ਹੈ ਜਗਤਾਰ ਜੀ, ਇੱਕ ਸਵਾਲ ਆਪ ਦੇ ਉੱਤੇ ਵੀ ਲਾਗੂ ਹੁੰਦਾ ਕਿਉਂਕਿ ਆਪ ਨੇ ਅਜੇ ਕੋਈ ਪੰਜਾਬ ਦੇ ਕੈਪਟਨ ਵਜੋਂ ਜਾਨੀ ਪਾਰਟੀ ਦੇ ਨੇਤਾ ਵਜੋਂ ਕੋਈ ਚਿਹਰਾ ਅਜੇ ਨਹੀਂ ਜਾਂਦਾ ਲੋਕਾਂ ਦੇ ਸਾਹਮਣੇ। ਕੀ ਲੱਗਦਾ ਕਿ ਕੈਪਟਨ ਲੀਡ ਲੈ ਰਿਹਾ ਇਸ ਗੱਲ 'ਚ? ਜਿਹੜੀ ਸਿੱਧੂ ਸਾਹਿਬ ਕਾਂਗਰਸ ਪਾਰਟੀ ਦੀ ਗੱਲ ਹੈ ਤੇ ਕੈਪਟਨ ਕੌਣ ਹੋਏਗਾ, ਜਿਹੜੇ ਸੰਧੂ ਸਾਹਿਬ ਕਹਿ ਰਹੇ ਸੀਗੇ ਕਿ ਆਪਣੇ ਲੈਵਲ ਤੇ ਕੋਈ ਸਮਰਥਕ ਕਰਨ ਤੇ ਹੁੰਦੇ ਆ, ਇਹ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਐਡੇ ਵੱਡੇ ਲੀਡਰ ਬਾਰੇ ਆਪਣੇ ਲੈਵਲ ਤੇ ਕੋਈ ਨਹੀਂ ਕਰਦਾ ਹੁੰਦਾ। ਇਹ ਸਾਰੀ ਕੁਝ ਪਲਾਨਿੰਗ ਨਾਲ ਹੈ। ਇਹ ਲੋਕਾਂ 'ਚ ਪ੍ਰਚਾਰ ਦਾ ਹੀ ਨਹੀਂ ਇਕੱਲਾ ਹਿੱਸਾ ਜੋ ਅਸੀਂ ਸਮਝਦੇ ਹਾਂ, ਇਹ ਕੇਂਦਰ ਨੂੰ ਵੀ, ਇਹ ਜਿਹੜੀ ਇਹਨਾਂ ਦੀ ਹਾਈ ਕਮਾਂਡ ਹੈ ਜਾਂ 3 ਮੈਂਬਰੀ ਕਮੇਟੀ ਬਣੀ ਆ, ਉਹ ਤੋਂ ਬਾਅਦ ਰਾਹੁਲ ਗਾਂਧੀ ਜੀ ਹੈ, ਸੋਨੀਆ ਗਾਂਧੀ ਜੀ ਨੇ, ਉਹਨਾਂ ਨੂੰ ਵੀ ਇੱਕ ਮੈਸੇਜ ਦੇਣ ਵਾਸਤੇ ਹੀ ਇਹ ਕਰ ਰਹੇ ਨੇ ਕਿ ਅਸੀਂ ਬਗਾਵਤ ਕਰਾਂਗੇ। 2016 'ਚ ਵੀ ਇਸੇ ਤਰ੍ਹਾਂ ਹੀ ਕੈਪਟਨ ਸਾਹਿਬ ਨੇ ਆਪਣੇ ਆਪ ਨੂੰ ਡਿਕਲੇਅਰ ਕਰਵਾਇਆ ਸੀਗਾ। ਕੁਝ ਨਵੀਂ ਪਾਰਟੀ ਬਣਾਉਣ ਦੀਆਂ ਕਿਆਸ ਰਹੀਆਂ ਵੀ ਸੀਗੀਆਂ, ਬੀਜੇਪੀ ਨਾਲ ਰਲਣ ਦੀਆਂ ਕਿਆਸ ਰਹੀਆਂ ਵੀ ਸੀਗੀਆਂ, ਤੇ ਫਿਰ ਉਹਨਾਂ ਨੂੰ ਹਾਈਕਮਾਂਡ ਨੂੰ ਡਿਕਲੇਅਰ ਕਰਨਾ ਪਿਆ ਸੀ। ਨਜ਼ਰੀਏ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਕੋਰੋਨਾ ਮਹਾਮਾਰੀ ਤੋਂ ਪਹਿਲਾਂ ਪੰਜਾਬ ਕਾਂਗਰਸ ਨੇ ਕਦੇ ਸੋਚਿਆ ਵੀ ਨਹੀਂ ਹੋਏਗਾ ਕਿ ਉਸ ਤੋਂ ਵੀ ਇੱਕ ਵੱਡਾ ਸੰਕਟ ਲੀਡਰਸ਼ਿਪ ਦਾ ਉਹਨਾਂ ਦੇ ਸਿਰ ਤੇ ਆਉਣ ਵਾਲਾ ਹੈ। ਜੇ ਆਪਾਂ ਸੰਕਟ ਦੇ ਮੁੱਦੇ ਦੀ ਗੱਲ ਕਰਦੇ ਹਾਂ ਤਾਂ ਪਾਰਟੀ ਹਾਈ ਕਮਾਂਡ ਨੇ ਪੰਜਾਬ ਕਾਂਗਰਸ ਦੀ ਜਿਹੜੀ 3 ਮੈਂਬਰੀ ਕਮੇਟੀ ਬਣਾਈ, ਉਹਦੇ ਲਈ ਨਵਜੋਤ ਸਿੱਧੂ, ਪ੍ਰਗਟ ਸਿੰਘ, ਕੈਬਨਿਟ ਮੰਤਰੀ, ਵਿਧਾਇਕ, ਪਾਰਲੀਮੈਂਟ ਮੈਂਬਰ ਸਾਰੇ ਮੁਲਾਕਾਤ ਕਰ ਚੁੱਕੇ ਉਸ 3 ਮੈਂਬਰੀ ਕਮੇਟੀ ਦੇ ਨਾਲ। ਆਖਰ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਉਹਨਾਂ ਸਭ ਤੋਂ ਲੰਬੀ ਮੁਲਾਕਾਤ ਕੀਤੀ। ਇਹ ਜ਼ਰੂਰ ਹੈ ਕਿ ਰਿਪੋਰਟ 3 ਮੈਂਬਰੀ ਕਮੇਟੀ ਵੱਲੋਂ ਪਾਰਟੀ ਦੇ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪੀ ਜਾਏਗੀ। ਔਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਰਿਪੋਰਟ ਤੋਂ ਪਹਿਲਾਂ ਇਹ ਸਪਸ਼ਟ ਕਰਤਾ ਪੰਜਾਬ 'ਚ ਕਿ ਪੰਜਾਬ ਦਾ ਇੱਕੋ ਹੀ ਕੈਪਟਨ ਹੈ। ਵਿਰੋਧੀ ਧਿਰ ਵੱਲੋਂ ਸਵਾਲ ਤਾਂ ਇਹ ਵੀ ਉਠਾਏ ਜਾ ਰਹੇ ਹੈ ਕਿ ਕੀ ਇਹ ਸਾਰਾ ਜਿਹੜਾ ਕਲੇਸ਼ ਹੈ ਸੱਤਾ ਹਾਸਲ ਕਰਨ ਲਈ ਹੈ ਜਾਂ ਪੰਜਾਬ ਦੇ ਜਿਹੜੇ ਅਹਿਮ ਮੁੱਦੇ ਜਿਨ੍ਹਾਂ ਦੀ ਗੱਲ ਨਵਜੋਤ ਸਿੱਧੂ ਦੂਜੇ ਕਰਦੇ ਹੈ ਉਹਨਾਂ ਮੁੱਦਿਆਂ ਤੇ ਵੀ ਕੋਈ ਲਿਆ ਜਾਏਗਾ ਫੈਸਲਾ। ਇਹਨਾਂ ਸਾਰੇ ਮਾਮਲਿਆਂ ਤੇ ਮੇਰੇ ਨਾਲ ਪੈਨਲ ਸਾਡੇ ਜਿਹੜੇ ਕਦਾਵਰ ਮਹਿਮਾਨ ਇਸ ਵੇਲੇ ਜੁੜ ਚੁੱਕੇ ਹੈ। ਡਾਕਟਰ ਗੁਰਪ੍ਰੀਤ ਸਿੰਘ ਸੰਧੂ ਕਾਂਗਰਸ ਪਾਰਟੀ ਦੇ ਬੁਲਾਰੇ ਨੇ, ਅਮਰਦੀਪ ਸਿੰਘ ਧਾਰਨੀ ਜੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ, ਜਗਤਾਰ ਸਿੰਘ ਸੰਘੇੜਾ ਆਮ ਆਦਮੀ ਪਾਰਟੀ ਦੇ ਬੁਲਾਰੇ। ਤਿੰਨੇ ਮਹਿਮਾਨਾਂ ਨੂੰ ਮੈਂ ਤੁਹਾਡੇ ਸਾਰਿਆਂ ਵੱਲੋਂ ਪੈਨਲ ਤੇ ਆਉਣ ਲਈ ਜੀ ਆਖਦਾ, ਵੈਲਕਮ ਕਰਦਾ ਹਾਂ। ਥੈਂਕ ਯੂ ਜੀ, ਥੈਂਕ ਯੂ।
ਥੈਂਕ ਯੂ। ਡਾਕਟਰ ਸੰਧੂ, ਪਹਿਲਾ ਸਵਾਲ ਮੈਂ ਜਿਹੜਾ ਕਾਂਗਰਸ ਪਾਰਟੀ ਦੇ ਸੰਕਟ ਦੀ ਆਪਾਂ ਗੱਲ ਕਰਦੇ ਆਂ, ਪੰਜਾਬੀ ਦੀ ਇੱਕ ਕਹਾਵਤ ਆ, ਤੁਸੀਂ ਵੀ ਜਾਣਦੇ ਹੋਵੋਗੇ, ਨਾਲੇ ਪੁੰਨ ਨਾਲੇ ਫਣੀਆਂ। ਇਹ ਫਲੀਆਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਕੈਪਟਨ ਅਮਰਿੰਦਰ 3 ਮੈਂਬਰੀ ਕਮੇਟੀ ਅੱਗੇ ਪੇਸ਼ ਹੋਣ ਤੋਂ ਬਾਅਦ ਪੰਜਾਬ 'ਚ ਇੱਕ ਨਵੀਂ ਮੁਹਿੰਮ ਉਹਨਾਂ ਦੇ ਹਮਾਇਤੀਆਂ ਨੇ ਸ਼ੁਰੂ ਕਰ ਦਿੱਤੀ ਹੈ ਕਿ ਪੰਜਾਬ ਦਾ ਇੱਕੋ ਕੈਪਟਨ, ਜਾਣੀ ਲੱਗਦਾ ਇਹ ਹੈ ਕਿ ਮੁੱਖ ਮੰਤਰੀ ਨੇ ਆਪਣੇ ਅਗਲੇ ਮੁੱਖ ਮੰਤਰੀ ਦੇ ਚਿਹਰੇ ਵਜੋਂ, ਉਮੀਦਵਾਰ ਵਜੋਂ ਜਿਹੜਾ ਹੈਗਾ ਇੱਕ ਮੁਹਿੰਮ ਪੰਜਾਬ ਦੇ ਅੰਦਰ ਸ਼ੁਰੂ ਕਰ ਦਿੱਤੀ ਹੈ। ਇਹ ਸੁਨੇਹਾ ਨਵਜੋਤ ਸਿੱਧੂ ਲਈ ਨਹੀਂ, ਸਗੋਂ ਆਮ ਤੇ ਅਕਾਲੀ ਦਲ ਦੇ ਲਈ ਵੀ ਸੁਨੇਹਾ ਕਿ ਅਸੀਂ ਮੈਦਾਨ ਦੇ ਵਿੱਚ ਨਿਕਲ ਪਏ ਹਾਂ। ਕਿਵੇਂ ਦੇਖਦੇ ਹੋ ਇਸ ਨਵੀਂ ਰਣਨੀਤੀ ਨੂੰ ਕੈਪਟਨ ਅਮਰਿੰਦਰ ਨੇ ਜਿਹੜੀ 3 ਮੈਂਬਰੀ ਕਮੇਟੀ ਤੋਂ ਬਾਅਦ ਪੰਜਾਬ 'ਚ ਤਿਆਰ ਕੀਤੀ ਹੈ? ਕਮੇਟੀ ਦੇ ਕੋਲੇ ਜਾ ਕੇ ਜੋ ਵੀ ਗੱਲਾਂ ਹੋਈਆਂ ਹਰ ਇੱਕ ਐਮਐਲਏ ਦੀਆਂ, ਉਹਨਾਂ ਨੂੰ ਜੋ ਪੁੱਛਿਆ ਗਿਆ ਉਹਨਾਂ ਨੇ ਦਿਲ ਖੋਲ ਕੇ ਆਪਦੇ ਜਵਾਬ ਜਿਹੜੇ 3 ਮੈਂਬਰੀ ਕਮੇਟੀ ਦੇ ਅੱਗੇ ਰੱਖੇ ਆ। ਜੇ ਕੋਈ ਉਹਨਾਂ ਦਾ ਰੋਸ ਸੀ ਜਾਂ ਕੋਈ ਉਹਨਾਂ ਦੀ ਕੁਐਰੀ ਸੀ ਵੀ ਅਗਾਂਹ ਕੀ ਹੋਣਾ ਹੈ, ਕਿਵੇਂ ਕਰਨਾ, ਪਾਰਟੀ ਨੂੰ ਕਿਵੇਂ ਹੁਣ ਖੜਾ ਕਰੀਏ ਸਵਾਰ ਕੇ, ਫਿਰ ਸਾਰੇ ਹਿੰਦੁਸਤਾਨ 'ਚ, ਪੰਜਾਬ ਇਕੱਲੇ ਦੀ ਗੱਲ ਨਹੀਂ ਹੈ, ਕਿਉਂਕਿ ਪੰਜਾਬ ਹੀ ਇੱਕ ਸਟੇਟ ਹੈਗੀ ਹੈ ਜਿੱਥੇ ਇਸ ਵੇਲੇ ਕਾਂਗਰਸ ਦਾ ਸਹੀ ਢੰਗ ਨਾਲ ਕਿਸੇ ਵੱਡੀ ਸਟੇਟ 'ਚ ਰਾਜ ਚੱਲ ਰਿਹਾ, ਤੇ ਉਹਦੀ ਵਜ੍ਹਾ ਕਰਕੇ ਪੰਜਾਬ ਦੇ ਜੋ ਵੀ ਸਿੱਟੇ ਨਿਕਲਣਗੇ ਉਹਦੇ ਤੇ ਬਹੁਤ ਕੁਝ ਨਿਰਭਰ ਕਰਦਾ ਨੈਸ਼ਨਲੀ। ਸੋ ਇਹ ਬਹੁਤ ਚੰਗੀ ਗੱਲ ਕੀਤੀ ਹੈ ਕਿ ਇੱਕ ਮੰਥਨ ਹੋਇਆ ਹੈਗਾ ਇਲੈਕਸ਼ਨਾਂ ਤੋਂ ਪਹਿਲਾਂ। ਬਾਕੀ ਜਿੱਥੋਂ ਤੱਕ ਐਮਐਲਏਆਂ ਦੇ, ਐਮਪੀ, ਸਾਬਕਾ ਪ੍ਰਧਾਨ, ਸਾਰੇ ਜਿਹੜੇ ਵਰਕਰਸ ਨੇ, ਜਿਹੜੇ ਲੋਕ ਪਛਾਣੇ ਵੇ ਚਿਹਰੇ ਆ ਕਾਂਗਰਸ ਦੇ ਪੰਜਾਬ ਦੇ ਵਿੱਚ, ਉਹ ਕਾਫੀ ਦੇਰ ਦੇ ਤੋਂ ਕਦੇ ਕੋਈ ਗਵਰਨਮੈਂਟ ਦੀ ਫੰਕਸ਼ਨਿੰਗ ਦੇ ਉੱਤੇ ਜਾਂ ਕਾਰਜਸ਼ੈਲੀ ਦੇ ਉੱਤੇ ਕਿਤੇ ਨਾ ਕਿਤੇ ਉਹ ਸਵਾਲ ਨਹੀਂ ਚੁੱਕਦੇ ਰਹੇ, ਪਰ ਉਹ ਅਗਾਹ ਕਰਦੇ ਰਹੇ ਸਰਕਾਰ ਨੂੰ ਵੀ ਆਪਾਂ ਕੁਝ ਥੋੜਾ ਥਿੜਕ ਰਹੇ ਹਾਂ, ਆਪਾਂ ਥੋੜਾ ਜਿਹਾ ਸੰਭਲੀਏ ਲੋਕ ਮੁੱਦਿਆਂ ਦੇ ਉੱਤੇ। ਤੇ ਉਹ ਹੌਲੀ ਹੌਲੀ ਹੁਣ ਟਾਈਮ ਟੱਪਦਾ ਜਾਂਦਾ ਹੈ ਤੇ ਟਾਈਮ ਰਹਿ ਗਿਆ ਥੋੜਾ, ਤੇ ਵਾਅਦੇ ਸੀਗੇ ਬਹੁਤ ਜ਼ਿਆਦਾ, ਜਿਨ੍ਹਾਂ ਦੇ ਵਿੱਚੋਂ ਦੇਖੋ ਉਪਰਾਲਾ ਦਾ ਕੀਤਾ ਜਿਸ ਹਿਸਾਬ ਨਾਲ ਵੀ ਆਪਾਂ ਹੁਣ ਹਰ ਇੱਕ ਜਿਹੜੀ ਆ ਬਹਾਨਾ ਲਾ ਕੇ ਮਹਾਂਮਾਰੀ ਤੇ ਨਾ ਛੱਡ ਦਈਏ, ਜਾਂ ਉਹ ਜਿਵੇਂ ਸ਼ੁਰੂ ਤੋਂ ਚੱਲ ਰਿਹਾ ਸੀਗਾ ਵੀ ਪੈਸੇ ਹੈ ਨਹੀਂ, ਇਹ ਸੱਚਾਈਆਂ ਨੇ। ਇਹਦੇ ਤੇ ਕੋਈ ਵੀ ਜੋ ਮਰਜ਼ੀ ਕਿੰਤੂ ਪਰੰਤੂ ਕਰੀ ਜਾਵੇ, ਇਹ ਸੱਚਾਈ ਹੈ ਵੀ ਰੈਵਨਿਊ ਕਲੈਕਸ਼ਨ ਜਿਹੜੀ ਹੈ ਬਹੁਤ ਘੱਟ ਰਹੀ ਹੈ, ਖਰਚਾ ਬਹੁਤ ਜ਼ਿਆਦਾ ਹੋਇਆ ਹੈ। ਅੱਜ ਤੁਸੀਂ ਕੱਲ ਦੇ ਅਖਬਾਰ 'ਚ ਦੇਖ ਲਓ। ਹਾਂਜੀ ਜੀ ਸਰ, ਡਾਕਟਰ ਸੰਧੂ, ਮੈਂ ਮਾਫੀ ਮੰਗਦਾ ਇਸ ਗੱਲ ਦੇ ਲਈ ਕਿ ਤੁਹਾਨੂੰ ਵਿੱਚੋਂ ਟੋਕਣਾ ਪੈ ਰਿਹਾ ਹੈ। ਜੀ, ਰੈਵਨਿਊ ਕਲੈਕਸ਼ਨ ਦੀ ਗੱਲ, ਪੰਜਾਬ ਦੀ ਸਰਕਾਰ ਦੀ ਪਰਫਾਰਮੈਂਸ ਦੀ ਗੱਲ ਇੱਕ ਆਪਣੀ ਜਗ੍ਹਾ ਤੇ ਹੈ, ਪਰ ਕੁਝ ਵਾਅਦੇ ਤਾਂ ਇਹੋ ਜਿਹੇ ਸੀ ਨਾ ਜੀ ਜਿਹੜੇ ਸਰਕਾਰ 'ਚ ਆਉਣ ਤੋਂ ਪਹਿਲਾਂ ਹੀ ਕੀਤੇ ਗਏ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਗੱਲ ਹੈ, ਨਸ਼ਿਆਂ ਦੀ ਗੱਲ ਹੈ, ਇਹਨਾਂ ਮੁੱਦਿਆਂ ਦੀ ਗੱਲ ਹੈ। ਤੇ ਹੁਣ ਕੈਪਟਨ ਨੇ ਜਿਹੜੇ ਬੋਰਡ ਲਗਾਉਣੇ ਸ਼ੁਰੂ ਕਰ ਦਿੱਤੇ, ਇੱਕ ਅੱਧਾ ਦਿਨ ਪਹਿਲਾਂ ਮਾਲ ਵਿੱਚ ਲੱਗਿਆ, ਜਾਂ ਅੰਮ੍ਰਿਤਸਰ ਦੇ ਵਿੱਚ ਲੱਗਿਆ ਕਿ ਪੰਜਾਬ ਦਾ ਇੱਕੋ ਹੀ ਕੈਪਟਨ ਨੇ ਤਾਂ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਰੈਵਨਿਊ ਕਲੈਕਸ਼ਨ ਆਪਣੀ ਜਗ੍ਹਾ ਤੇ, ਪਰ ਸਵਾਲ ਰੈਵਨਿਊ ਕਲੈਕਸ਼ਨ ਦਾ ਨਹੀਂ ਹੈ। ਸਵਾਲ ਤਾਂ ਕਿ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਵਾਅਦਿਆਂ ਦੀ ਪੂਰਤੀ ਦੀ ਗੱਲ ਹੈ, ਜਿਹੜੇ ਇਲੈਕਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਕੀਤੇ ਗਏ ਸੀ। ਮੈਂ ਸਵਾਗਤ ਕਰਦਾ ਤੁਹਾਡੇ ਸਵਾਲ ਦਾ, ਪਰ ਥੋੜਾ ਜਿਹਾ ਤੁਸੀਂ ਪ੍ਰੀਐਮਪਟ ਕਰ ਜਾਂਦੇ ਹੋ। ਮੈਂ ਇਸ ਗੱਲ ਤੇ ਆਉਣਾ ਹੀ ਆਉਣਾ, ਕਿਉਂਕਿ ਮੁੱਦਾ ਹੀ ਅੱਜ ਇਹ ਹੈ। ਮੁੱਦਾ ਕਿਉਂਕਿ ਸਰਕਾਰ ਹੈ, ਕੈਪਟਨ ਅਮਰਿੰਦਰ ਅਜੇ ਵੀ ਸੀਐਮ ਨੇ, ਸੋ ਉੱਥੇ 3 ਮੈਂਬਰੀ ਕਮੇਟੀ ਜੋ ਵੀ ਫੈਸਲਾ ਕਰਦੀ ਨਹੀਂ ਕਰਦੀ ਹੈ, ਮੁੱਖ ਮੰਤਰੀ ਤਾਂ ਅਜੇ ਉਹੀ ਨੇ ਨਾ, ਤੇ ਉਹਨਾਂ ਦੇ ਮਨ ਦੀ ਇਹ ਮਨਸ਼ਾ ਹੈਗੀ ਹੈ ਕਿ ਮੇਰੇ ਕੰਮ ਥੋੜੇ ਜਿਹੇ ਅਧੂਰੇ ਰਹਿ ਗਏ ਆ, ਤੇ ਮੈਂ ਉਹ ਕੰਮ ਜੇ ਸਾਨੂੰ ਲੋਕ ਦੁਬਾਰਾ ਸਰਕਾਰ ਦਿੰਦੇ ਆ ਤਾਂ ਮੈਂ ਪੂਰੇ ਕਰਨੇ ਚਾਹੂੰਗਾ। ਇਸ ਕਰਕੇ ਜੇ ਉਹ ਮੁੱਖ ਮੰਤਰੀ ਹੋਣਗੇ, ਚਿਹਰਾ ਹੋਣਗੇ, ਤਾਂ ਹੀ ਪੂਰੇ ਕਰ ਪਾਉਣਗੇ ਨਾ ਜੀ ਆਪਦੇ ਵਾਅਦੇ। ਤਾਂ ਇਸ ਕਰਕੇ ਉਹਨਾਂ ਵੱਲੋਂ ਜਾਂ ਉਹਨਾਂ ਦੇ ਸਪੋਰਟਰਾਂ ਵੱਲੋਂ ਇਹ ਪੋਸਟਰ ਲਾਉਣੇ, ਫਲੈਕਸਾਂ ਲਾਉਣੀਆਂ, ਮੇਰਾ ਖਿਆਲ ਨਹੀਂ ਇਹਦੇ ਨਾਲ ਕੋਈ ਬਹੁਤਾ ਫਰਕ ਪੈਂਦਾ ਲੋਕਾਂ ਦੀ ਮਾਨਸਿਕਤਾ ਤੇ। ਗੱਲ ਤਾਂ ਗੱਲਾਂ ਕਰਨੀਆਂ, ਐਡਵਰਟਾਈਜ਼ਮੈਂਟ ਕਰਨੀ ਤੇ ਵੱਡੇ ਵੱਡੇ ਪੋਸਟਰ ਬੈਨਰ ਬਣਾ ਕੇ ਲਾਉਣੇ, ਇਹ ਲੋਕ ਇਸ ਗੱਲ ਤੋਂ ਬਹੁਤ ਉੱਪਰ ਉੱਠ ਚੁੱਕੇ ਨੇ। ਵੋਟਰ ਜਿਹੜੇ ਆ ਉਹ ਪ੍ਰੈਕਟੀਕਲ ਭਾਲਦੇ ਆ ਵੀ ਆਹ ਮਸਲੇ ਤੇ ਦੱਸੋ ਸਰਦਾਰ ਜੀ ਕੀਤਾ ਕੀ ਹੈ। ਸੋ ਇਹ ਜਿਹੜੀਆਂ ਨਾ ਪੁਰਾਣੀਆਂ ਹੋ ਗਈਆਂ ਬਹੁਤ, ਵੀ ਲੋਕ ਰੋਜ਼ ਵੇਖਿਆ ਕਰਨਗੇ ਪੰਜਾਬ ਦਾ ਕੈਪਟਨ, ਉਹ ਕੋਈ ਲਿਖ ਦੂਗਾ ਪੰਜਾਬ ਦਾ ਜਰਨੈਲ, ਕੋਈ ਲਿਖ ਦੂਗਾ ਜੀ ਪੰਜਾਬ ਦਾ ਫਲਾਨਾ, ਕੋਈ ਧਮਕਾ। ਇਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ ਗਾ। ਇਹ ਚੀਜ਼ਾਂ ਲੋਕਲ ਲੈਵਲ ਦੇ ਉੱਤੇ ਜਿਹੜੇ ਉਹਨਾਂ ਦੇ ਆਪਦੇ ਸਪੋਰਟਰ ਨੇ, ਮੇਰਾ ਨਹੀਂ ਖਿਆਲ ਕੈਪਟਨ ਸਾਹਿਬ ਦਾ ਇਹਦੇ 'ਚ ਕੋਈ ਵੀ ਹੱਥ ਹੋਊਗਾ ਤੁਸੀਂ ਮੇਰੇ ਪੋਸਟਰ ਲਾਓ, ਕਿਉਂਕਿ ਕੈਪਟਨ ਸਾਹਿਬ ਦਾ ਚਿਹਰਾ ਕੋਈ ਇੱਦਾਂ ਪਛਾਣਿਆ ਚਿਹਰਾ ਨਹੀਂ ਹੈ ਕਿ ਉਹਨਾਂ ਨੂੰ ਪੋਸਟਰ ਲਾ ਕੇ ਲੋਕਾਂ ਨੂੰ ਆਪਦੀ ਪਹਿਚਾਣ ਦੱਸਣੀ ਪਵੇ। ਲੇਕਿਨ ਉਹ ਜਿਹੜੇ ਲੋਕ ਹੁਣ ਦੋ ਪਾਸੇ ਇੱਕ ਤਰ੍ਹਾਂ ਦੇ ਜਿਵੇਂ ਚੱਲ ਰਿਹਾ ਸੀਗਾ ਵੀ ਸਿੱਧੂ ਨਾਰਾਜ਼ ਹੈ, ਪ੍ਰਗਟ ਨਾਰਾਜ਼ ਹੈ, ਸੁਖਜਿੰਦਰ ਰੰਧਾਵਾ ਹੋ ਰਹੀਆਂ, ਚੰਨੀ ਹੋ ਰਹੀਆਂ,
ਇਹਨਾਂ ਨੇ ਕਿਹਾ ਗਵਰਨਮੈਂਟ ਨੂੰ ਵੀ ਭਾਈ ਲੋਕਾਂ ਕੋਲੇ ਜਾਣਾ ਹੈ, ਕੋ ਸਾਨੂੰ ਦੱਸੋ ਤਾਂ ਸਹੀ ਵੀ ਅਸੀਂ ਜਾ ਕੇ ਕਹੀਏ ਕਿ ਮੇਨ ਕੰਮ ਬਹੁਤ ਕੀਤਾ ਤੁਸੀਂ, ਮੰਨਦੇ ਹਾਂ ਅਸੀਂ। ਉਹ ਕੰਮ ਜਿਹੜੇ ਆ ਉਹ ਲੋਕਾਂ ਦੇ ਵੱਡੇ ਸਵਾਲ ਹੈ ਵੀ ਮਹਾਰਾਜ ਦੀ ਬੇਅਦਬੀ ਦਾ ਤੁਸੀਂ ਕਿਹਾ ਸੀ ਛੇਤੀ ਅਸੀਂ ਫੜ ਕੇ ਅੰਦਰ ਕਰ ਦਿਆਂਗੇ, 4 ਸਾਲ ਦੀ ਸਿੱਟ ਤੋਂ ਮਗਰੋਂ ਖਾਰਜ ਕਰ ਦਿੱਤੀ ਗਈ ਸਿੱਟ, ਨਵੀਂ ਸਿੱਟ ਬਣਾਤੀ, ਉਹਨੂੰ 6 ਮਹੀਨੇ ਦਾ ਟਾਈਮ ਦਿੱਤਾ। ਇੱਕ ਉਹ ਕੀ ਦੱਸੀਏ ਲੋਕਾਂ ਨੂੰ ਵੀ ਕੀ ਹੋਇਆ? ਨਸ਼ਿਆਂ ਦੇ ਉੱਤੇ ਠੱਲ ਪਾਈ ਆ, ਨਸ਼ਿਆਂ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਨਸ਼ਾ ਫੜਿਆ ਗਿਆ ਹੈ, ਸਿੱਟ ਨੇ ਬੜਾ ਕੰਮ ਕੀਤਾ, ਪਰ ਕੀ ਨਸ਼ਾ ਵਿਕਣੋਂ ਹਟ ਗਿਆ? ਸੋ ਇਹ ਸਵਾਲ ਜਿਹੜੇ ਆ, ਇਹ ਮੇਨ ਮੁੱਦੇ ਲੋਕਾਂ ਦੇ ਜਿਹੜੇ ਆ, ਜਿਹੜੇ ਵੱਡੇ ਵੱਡੇ ਵਾਅਦੇ ਕੀਤੇ ਗਏ ਸੀਗੇ ਉਹਨਾਂ ਦੇ ਉੱਤੇ ਹੋਏਗੀ। ਬਿਲਕੁਲ ਡਾਕਟਰ ਸੰਧੂ, ਅਹਿਮ ਮੁੱਦਾ ਹੈ। ਇਸ ਸਵਾਲ ਦੇ ਨਾਲ ਗੱਲ ਮੁਕੰਮਲ ਨਹੀਂ ਹੋਏਗੀ, ਮੈਂ ਫੇਰ ਆਵਾਂਗਾ ਤੁਹਾਡੇ ਵੱਲ। ਜਗਤਾਰ ਸੰਘੇੜਾ, ਜਿੱਥੋਂ ਤੱਕ ਸਵਾਲ ਹੈ ਕਾਂਗਰਸ ਪਾਰਟੀ ਦੇ ਸੰਕਟ ਦਾ, ਉਹ ਸਭ ਦੇ ਸਾਹਮਣੇ ਹੀ ਹੈ ਜਿਸ ਤਰੀਕੇ ਨਾਲ ਚੱਲ ਰਿਹਾ ਹੈ, ਉਸ ਮੁੱਦੇ ਤੇ ਵੀ ਆਪਾਂ ਗੱਲ ਕਰਦੇ ਹਾਂ। ਪਰ ਸੰਕਟ ਦੇ ਚੱਲਦੇ ਹੀ ਕੈਪਟਨ ਅਮਰਿੰਦਰ ਤੇ ਹਮੈਤੀ ਨੇ ਪੰਜਾਬ 'ਚ ਇੱਕ ਨਵੀਂ ਮੁਹਿੰਮ ਸ਼ੁਰੂ ਕਰ ਦਿੱਤੀ ਹੈ, ਪੰਜਾਬ ਦਾ ਕੈਪਟਨ। ਕੱਲ ਮਾਲਵੇ 'ਚ ਤੇ ਅੱਜ ਮਾਝੇ 'ਚ ਜਿਹੜੇ ਪੋਸਟਰ ਲੱਗੇ ਹੈ, ਕੀ ਗੱਲ ਸਪਸ਼ਟ ਹੋ ਗਈ ਹੈ ਕਿ ਹੁਣ ਕਮੇਟੀ ਜੋ ਮਰਜ਼ੀ ਫੈਸਲਾ ਕਰੇ, ਪੰਜਾਬ ਦਾ ਕੈਪਟਨ ਤਾਂ ਅਮਰਿੰਦਰ ਹੀ ਹੋਏਗਾ। ਇਹਦੇ ਨਾਲ ਇੱਕ ਸਵਾਲ ਆਪ ਦੇ ਉੱਤੇ ਵੀ ਲਾਗੂ ਹੁੰਦਾ ਹੈ ਜਗਤਾਰ ਜੀ, ਇੱਕ ਸਵਾਲ ਆਪ ਦੇ ਉੱਤੇ ਵੀ ਲਾਗੂ ਹੁੰਦਾ, ਕਿਉਂਕਿ ਆਪ ਨੇ ਅਜੇ ਕੋਈ ਪੰਜਾਬ ਦੇ ਕੈਪਟਨ ਵਜੋਂ ਯਾਨੀ ਪਾਰਟੀ ਦੇ ਨੇਤਾ ਵਜੋਂ ਕੋਈ ਚਿਹਰਾ ਅਜੇ ਨਹੀਂ ਲਿਆਂਦਾ ਲੋਕਾਂ ਦੇ ਸਾਹਮਣੇ। ਕੀ ਲੱਗਦਾ ਕਿ ਕੈਪਟਨ ਲੀਡ ਲੈ ਰਿਹਾ ਇਸ ਗੱਲ 'ਚ? ਸਿੰਗੜਾ ਸਾਹਿਬ, ਜਿਹੜੀ ਸਿੱਧੂ ਸਾਹਿਬ ਕਾਂਗਰਸ ਪਾਰਟੀ ਦੀ ਗੱਲ ਹੈ ਤੇ ਕੈਪਟਨ ਕੌਣ ਹੋਏਗਾ, ਜਿਹੜੇ ਸੰਧੂ ਸਾਹਿਬ ਕਹਿ ਰਹੇ ਸੀਗੇ ਕਿ ਆਪਣੇ ਲੈਵਲ ਤੇ ਕੋਈ ਸਮਰਥਕ ਕਰ ਦਿੰਦੇ ਹੁੰਦੇ ਆ, ਇਹ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਐਡੇ ਵੱਡੇ ਲੀਡਰ ਬਾਰੇ ਆਪਣੇ ਲੈਵਲ ਤੇ ਕੋਈ ਨਹੀਂ ਕਰਦਾ ਹੁੰਦਾ। ਇਹ ਸਾਰੀ ਕੁਝ ਪਲਾਨਿੰਗ ਨਾਲ ਹੈ, ਇਹ ਲੋਕਾਂ 'ਚ ਪ੍ਰਚਾਰ ਦਾ ਹੀ ਨਹੀਂ ਇਕੱਲਾ ਹਿੱਸਾ ਜੋ ਅਸੀਂ ਸਮਝਦੇ ਹਾਂ। ਇਹ ਕੇਂਦਰ ਨੂੰ ਵੀ, ਇਹ ਜਿਹੜੀ ਇਹਨਾਂ ਦੀ ਹਾਈ ਕਮਾਂਡ ਹੈ ਜਾਂ 3 ਮੈਂਬਰੀ ਕਮੇਟੀ ਬਣੀ ਆ, ਉਹ ਤੋਂ ਬਾਅਦ ਰਾਹੁਲ ਗਾਂਧੀ ਜੀ ਹੈ, ਸੋਨੀਆ ਗਾਂਧੀ ਜੀ ਨੇ, ਉਹਨਾਂ ਨੂੰ ਵੀ ਇੱਕ ਮੈਸੇਜ ਦੇਣ ਵਾਸਤੇ ਹੀ ਇਹ ਕਰ ਰਹੇ ਨੇ ਕਿ ਅਸੀਂ ਬਗਾਵਤ ਕਰਾਂਗੇ ਜੇ ਤੁਸੀਂ ਨਾ ਸਾਨੂੰ ਮਤਲਬ ਕੀਤਾ। ਇਸ ਪਹਿਲਾਂ ਵੀ ਤੁਸੀਂ 16 ਦੀ ਪ੍ਰਚਾਰ ਵਿੱਚ 2016 'ਚ ਵੀ ਇਸੇ ਤਰ੍ਹਾਂ ਹੀ ਕੈਪਟਨ ਸਾਹਿਬ ਨੇ ਆਪਣੇ ਆਪ ਨੂੰ ਡਿਕਲੇਅਰ ਕਰਵਾਇਆ ਸੀਗਾ। ਕੁਝ ਨਵੀਂ ਪਾਰਟੀ ਬਣਾਉਣ ਦੀਆਂ ਕਿਆਸ ਰਹੀਆਂ ਵੀ ਸੀਗੀਆਂ, ਬੀਜੇਪੀ ਨਾਲ ਰਲਣ ਦੀਆਂ ਕਿਆਸ ਰਹੀਆਂ ਵੀ ਸੀਗੀਆਂ, ਤੇ ਫਿਰ ਉਹਨਾਂ ਨੂੰ ਹਾਈਕਮਾਂਡ ਨੂੰ ਡਿਕਲੇਅਰ ਕਰਨਾ ਪਿਆ ਸੀ। ਬੇਸਿਕਲੀ ਅਸੀਂ ਤਾਂ ਪਹਿਲਾਂ ਵੀ ਕਹਿ ਰਹੇ ਹਾਂ ਕਿ ਕਾਂਗਰਸ ਦਾ ਜੋ ਵੀ ਦਿੱਲੀ 'ਚ ਹੋ ਰਿਹਾ ਆ, ਇਹ ਜਿੱਦਾਂ ਸੰਧੂ ਸਾਹਿਬ ਨੇ ਮੰਥਨ ਕਿਹਾ ਆ, ਮੰਥਨ ਪਾਰਟੀ ਆਪਣੇ ਅੰਦਰ ਕਰਦੀ ਹੁੰਦੀ ਹੈ, ਇਹ ਮੰਥਨ ਨਹੀਂ ਹੈਗਾ। ਇਹ ਜਿਹੜੀਆਂ ਨਕਾਮੀਆਂ ਰਹਿ ਗਈਆਂ, ਨਕਾਮੀਆਂ ਕੀਤਾ ਤਾਂ ਕੁਛ ਹੈ ਨਹੀਂ ਕਾਂਗਰਸ ਪਾਰਟੀ ਨੇ। ਨਸ਼ੇ ਦੇ ਥੋੜੇ ਬਹੁਤ ਟੋਕਨ ਦੇ ਤੌਰ ਤੇ ਕੇਸ ਫੜੇ ਆ, ਕੁਛ ਵੱਡੇ ਕੇਸ ਫੜ ਹੋਏ ਆ, ਉਹ ਵੀ ਪੁਲਿਸ ਨੇ ਆਪਣੇ ਪੱਧਰ ਤੇ ਬਾਕੀ ਤਾਂ ਜ਼ਿਆਦਾ ਜਿਹੜੇ ਕੰਜ਼ਿਊਮਰ ਸੀਗੇ ਉਹਨਾਂ ਤੇ ਕੇਸ ਬਹੁਤ ਜ਼ਿਆਦਾ ਗਿਣਤੀ 'ਚ ਪਾਤੇ ਆ। ਤੇ ਜੋ ਉਹਨਾਂ ਦਾ ਉਹ ਤਾਂ ਵਿਚਾਰੇ ਆਪ ਮਰੀਜ਼ ਨੇ, ਉਹਨਾਂ ਦਾ ਤਾਂ ਕੋਈ ਬਹੁਤਾ ਵੱਡਾ ਕਸੂਰ ਨਹੀਂ ਹੁੰਦਾ। ਫਿਰ ਰੀਹੈਬਿਲਿਟੇਸ਼ਨ ਸੈਂਟਰ ਕੋਈ ਚੰਗੀ ਤਰ੍ਹਾਂ ਨਹੀਂ ਚੱਲੇ ਹੈਗੇ, ਮਤਲਬ ਠੋਸ ਕਾਰਵਾਈ ਨਹੀਂ ਹੋਈ। ਦੂਜੇ ਪਾਸੇ ਰੁਜ਼ਗਾਰ ਵਾਲੇ ਪਾਸੇ ਵੀ ਕੋਈ ਕਾਰਵਾਈ ਨਹੀਂ ਹੋਈ। ਕੈਪਟਨ ਸਾਹਿਬ ਨੇ ਕਿਹਾ ਵੀ 17 ਲੱਖ ਨੌਕਰੀਆਂ ਦਿੱਤੀਆਂ, 1.5 ਲੱਖ ਅਗਲੇ ਦਿਨਾਂ 'ਚ ਦੇ ਦੇਣੀਆਂ। ਮੈਂ ਤਾਂ ਨਕੋਦਰ ਹਲਕੇ 'ਚ ਜਦੋਂ ਜਾਂਦਾ ਜਾਂ ਹੋਰ ਵੀ ਜਿੱਥੇ ਵੀ ਪਿੰਡਾਂ 'ਚ ਜਾਂਦਾ, ਮੈਂ ਬਾਰ-ਬਾਰ ਹਰ ਥਾਂ ਤੇ ਪੁੱਛਦਾ ਵੀ ਜੇ ਯਾਰ ਕਿਸੇ ਨੂੰ ਵੀ ਨੌਕਰੀ ਮਿਲੀ ਆ ਮੈਨੂੰ ਦੱਸ ਦਿਓ, ਮੈਂ ਕਿਤੇ ਡਿਬੇਟ ਤੇ ਕਹਿ ਦੂੰਗਾ, ਵਧਾਈ ਦੇ ਦੂੰਗਾ ਕਾਂਗਰਸ ਵਾਲਿਆਂ ਨੂੰ। ਸਾਨੂੰ ਤਾਂ ਕੋਈ ਲੱਭਾ ਨਹੀਂ ਅਜੇ ਤੱਕ ਇਹਨਾਂ ਨੂੰ 17 ਲੱਖ ਜਗਤਾਰ ਜੀ ਸਾਹਿਬ, ਬੇਅਦਬੀ ਵਾਲੇ ਮਾਮਲੇ ਸਰਕਾਰ ਬਿਲਕੁਲ ਹੀ ਫੇਲ ਹੋਈ ਆ। ਹਾਂਜੀ ਫੇਲ ਹੋਈ ਹੈ। ਜਗਤਾਰ ਜੀ, ਇੱਕ ਸਵਾਲ ਜਿਹੜਾ ਤੁਹਾਡੇ ਤੇ ਆਮ ਆਦਮੀ ਪਾਰਟੀ ਤੇ ਉੱਠ ਰਿਹਾ ਹੈ, ਕੈਪਟਨ ਨੇ ਤਾਂ ਕਹਿਤਾ, ਕੈਪਟਨ ਤੇ ਹਮੈਤੀ ਨੇ ਕਹਿਤਾ ਕਿ ਪੰਜਾਬ ਦਾ ਕੈਪਟਨ ਅਮਰਿੰਦਰ ਸਿੰਘ। ਹੁਣ ਸਵਾਲ ਇਹ ਵੀ ਨਾਲ ਉੱਠ ਰਿਹਾ ਕਿ ਆਪ ਦਾ ਕੈਪਟਨ ਤਾਂ ਅਜੇ ਕੋਈ ਡਿਕਲੇਅਰ ਨਹੀਂ ਹੋਇਆ, ਲੱਗਦਾ ਨਹੀਂ ਕਿ ਕੈਪਟਨ ਲੀਡ ਵੱਲ ਨੂੰ ਲਿਜਾ ਰਿਹਾ ਹੈ ਗੱਲ ਤੇ, ਔਰ ਆਪ ਅਜੇ ਜਿਹੜਾ ਹੈਗਾ ਕਦੇ ਪਿੱਛੇ ਹੀ ਅਜੇ ਤੁਰੇ ਫਿਰਦੇ ਇਸ ਮਾਮਲੇ 'ਚ। ਅਸੀਂ ਸਿੱਧੂ ਸਾਹਿਬ ਵੀ ਆਰ ਵਰਕਿੰਗ ਔਨ ਇਟ, ਅਗਸਤ ਤੱਕ ਕਰ ਦਾਂਗੇ ਕੁਛ ਨਾ ਕੁਛ, ਮਤਲਬ ਅਜੇ ਟਾਈਮ ਹੈਗਾ, ਚਿਹਰਾ ਡਿਕਲੇਅਰ ਕਰਨ 'ਚ ਟਾਈਮ ਹੈਗਾ ਆ। ਬਾਕੀ ਅਸੀਂ ਆਪਣੀ ਜਥੇਬੰਦਕ ਢਾਂਚੇ ਨੂੰ ਵੀ ਮਜ਼ਬੂਤ ਕਰ ਰਹੇ ਹਾਂ, ਲੋਕਾਂ 'ਚ ਵੀ ਜਾ ਰਹੇ ਹਾਂ, ਪਿੰਡਾਂ ਤੱਕ ਪਹੁੰਚ ਕਰ ਰਹੇ ਹਾਂ। ਅਸੀਂ ਗਰਾਊਂਡ ਲੈਵਲ ਤੇ ਕਾਫੀ ਕਾਰਵਾਈ ਕਰ ਰਹੇ ਹਾਂ। ਇਹਦੇ ਤੇ ਵੀ ਇਹ ਹਾਈ ਕਮਾਂਡ ਦੇ ਲੈਵਲ ਦਾ ਕੰਮ ਹੈ, ਪਰ ਇਹਦੇ ਤੇ ਵੀ ਜੋ ਵੀ ਫੀਡਬੈਕ, ਜੋ ਵੀ ਪ੍ਰੋਸੈਸ ਹੈਗਾ ਆ, ਇਹਦੇ ਤੇ ਕੰਮ ਹੋ ਰਿਹਾ ਹੈ। ਇਸ ਇਸ਼ੂ ਤੇ ਵੀ ਡੈਫੀਨੇਟਲੀ ਡਿਕਲੇਅਰ ਕਰਾਂਗੇ, ਜਲਦੀ ਕਰ ਦਾਂਗੇ, ਅਗਸਤ ਤੱਕ ਕਰ ਦਾਂਗੇ। ਤੁਹਾਨੂੰ ਲੱਗਦਾ ਨਹੀਂ ਕਿ ਕੈਪਟਨ ਅਮਰਿੰਦਰ ਇਹਦੇ ਨਾਲ ਜਿਹੜਾ ਹੈਗਾ ਕੰਪੇਨ 'ਚ ਅੱਗੇ ਨਿਕਲ ਜਾਏਗਾ ਆਪ ਤੋਂ? ਨਹੀਂ ਸਿੱਧੂ ਸਾਹਿਬ, ਬਹੁਤ ਮਾੜੀ ਹਾਲਤ ਹੈ ਕਾਂਗਰਸ ਦੀ। ਜਿਹੜੀ ਆ ਲੜਾਈ ਹੋ ਰਹੀ ਹੈ, ਤੁਹਾਨੂੰ ਦੱਸਿਆ ਨਾ, ਉੱਥੇ ਇੱਕ ਤਾਂ ਚੌਧਰ ਦੀ ਹੈ, ਤੇ ਮੋਹਰੇ ਕਿਹੜਾ ਲੱਗੂਗਾ। ਨੰਬਰ 2 ਤੇ ਇਹ ਤਾਂ ਖੁਦ ਇਹਨਾਂ ਦੇ MLA ਤੋਂ ਪੁੱਛ ਰਹੇ ਆ ਵੀ ਅਸੀਂ ਕਿਹੜਾ ਮੂੰਹ ਲੈ ਕੇ ਜਾਈਏ, ਕੀ ਕਰੀਏ।
ਤੇ ਕੁਝ ਹੁਣੇ ਸ਼ੋਸ਼ੇਬਾਜ਼ੀ ਕਰ ਦਿਓ, ਕੁਝ ਬਹਾਨਾ ਹੋ ਜਵੇ, ਕੋਈ ਕੁਝ ਵੀ ਨਹੀਂ ਕੀਤਾ ਨਾ। ਇੱਕ ਆ ਬੇਅਦਬੀ ਦੇ ਮੁੱਦੇ ਤੇ ਪ੍ਰੋਗਰੈਸ ਦਿਸ ਰਹੀ ਸੀ ਕਿ ਸਿੱਟ ਬਣਾਤੀ, ਫਿਰ ਆਹ ਕਰਤਾ, ਫਿਰ ਉਹ ਕਰਤਾ, ਭਾਵੇਂ ਐਕਟੀਵਿਟੀ ਜ਼ਿਆਦਾ ਕਿਸੇ ਨਾ ਕਿਸੇ ਇਲੈਕਸ਼ਨ ਦੇ ਨੇੜੇ ਤੇ ਜਾ ਕੇ ਹੁੰਦੀ ਸੀਗੀ, ਪਰ ਉਹ ਵੀ ਮਿਜ਼ਰੇਬਲੀ ਫੇਲ ਹੋਏ ਕੈਪਟਨ ਸਾਹਿਬ। ਸੋ ਕੁਝ ਦੱਸਣ ਲਈ ਹੈ ਨਹੀਂ ਲੋਕਾਂ ਨੂੰ। ਕਾਂਗਰਸ ਦੀ ਤਾਂ ਬਹੁਤ ਹੋ ਰਹੀ ਆ। ਈਵਨ ਆ ਕਿਸਾਨ ਅੰਦੋਲਨ ਦੇ ਵਿੱਚ ਵੀ ਕੈਪਟਨ ਸਾਹਿਬ ਨੰਗੇ ਹੋ ਗਏ ਸੀਗੇ ਕਿ ਵੀ ਇਹਨੇ 3 ਕਾਨੂੰਨਾਂ ਨੂੰ ਬਣਾਉਣ ਵਾਲੀ ਕਮੇਟੀ ਦੇ ਮੈਂਬਰ ਨੇ, ਮੇਰੇ ਕੋਲ ਕਾਗਜ਼ ਹੈਗੇ ਆ ਜਿਨ੍ਹਾਂ ਦਾ ਨਾਮ ਲਿਖਿਆ ਹੋਇਆ। ਸੋ ਇਸ ਮਾਮਲੇ ਕਾਂਗਰਸ ਤਾਂ ਬਹੁਤ ਮਿਜ਼ਰੇਬਲੀ ਫੇਲ ਹੋਈ ਆ, ਤੇ ਸ਼੍ਰੋਮਣੀ ਅਕਾਲੀ ਦਲ ਦਾ 10 ਸਾਲ ਦਾ ਪੁਰਾਣਾ ਰਿਕਾਰਡ ਨਹੀਂ ਭੁੱਲ ਸਕੇ ਲੋਕ, ਤੇ ਕਾਂਗਰਸ ਪਾਰਟੀ ਨੇ ਆਰਥਿਕ ਸੰਕਟ ਵੀ ਹੋ ਡੂੰਘਾ ਕਰਤਾ। 3 ਲੱਖ ਕਰੋੜ ਕਰਜ਼ਾ ਹੋ ਜਾਣਾ ਜੀ ਜਗਤਾਰ ਜੀ। ਥੈਂਕ ਯੂ ਜਗਤਾਰ ਜੀ। ਸਿੱਧੂ ਸਾਹਿਬ ਮੁੱਦੇ ਤੇ ਰੱਖਿਆ ਕਰੋ। ਕਾਫੀ ਦੇਰ ਤੋਂ ਸੰਧੂ ਸਾਹਿਬ ਆ ਰਹੇ, ਪਲੀਜ਼ ਧਾਰਨੀ ਸਾਹਿਬ ਕਾਫੀ ਦੇਰ ਦੇ ਇੰਤਜ਼ਾਰ ਕਰ ਰਿਹਾ ਹੈ। ਧਾਰਨੀ ਸਾਹਿਬ ਇਸ ਮੁੱਦੇ ਤੇ ਕਾਂਗਰਸ ਦਾ ਜਿਹੜਾ ਅੰਦਰੂਨੀ ਵਿਖੇੜਾ ਹੈ, 3 ਮੈਂਬਰੀ ਕਮੇਟੀ ਜੋ ਫੈਸਲਾ ਹੋਏਗਾ ਤਾਂ ਸਾਹਮਣੇ ਆਉਣਾ ਹੀ ਹੈ। ਪਰ ਕੈਪਟਨ ਅਮਰਿੰਦਰ ਦੇ ਹਮਾਇਤੀਆਂ ਨੇ ਤਾਂ ਪੰਜਾਬ 'ਚ ਸ਼ੁਰੂ ਕਰ ਦਿੱਤਾ ਹੈ ਕਿ ਕੈਪਟਨ ਅਮਰਿੰਦਰ ਹੀ ਪੰਜਾਬ ਦਾ ਕੈਪਟਨ ਹੈ। ਅਕਾਲੀ ਦਲ ਤਾਂ ਇੱਧਰ ਤੋਂ ਧਰਨੇ ਦਿੰਦੇ ਹੀ ਰਹਿ ਗਿਆ। ਧਾਰਨੀ ਸਾਹਿਬ ਦੇਖੋ, ਗੱਲ ਇਹ ਹੈ ਜੀ, ਗੁਰਪ੍ਰੀਤ ਡਾਕਟਰ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਨਾ ਵੀ ਸਾਡੇ ਪਾਰਟੀ ਦਾ ਮੰਥਨ ਹੈ। ਦੇਖੋ, ਇਹ ਤਾਂ ਹੁਣ ਸਾਰੇ ਲੋਕਾਂ ਨੂੰ ਪਤਾ ਕਿ ਮੰਥਨ ਨਹੀਂ ਹੈਗਾ, ਇਹ ਤਾਂ ਸੁਲ੍ਹਾ ਕਰਾਉਣ ਦੀ ਕਵਾਇਤ ਹੈ। ਇੱਕ 3 ਮੈਂਬਰੀ ਕਮੇਟੀ ਨੂੰ ਜ਼ਿੰਮੇਵਾਰੀ ਲਾਈ ਗਈ ਹੈ ਕਿ ਭਾਈ ਇਹਨਾਂ ਦਾ ਨਿਬੇੜਾ ਕਰਾਓ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਕਿਉਂਕਿ ਮੰਥਨ ਤਾਂ ਹੁੰਦਾ ਜੇ ਪਹਿਲਾਂ ਮੀਡੀਆ ਦੇ ਵਿੱਚ ਸਾਰਾ ਕੁਝ ਨਾ ਆਇਆ ਹੁੰਦਾ। ਔਰ ਤੁਸੀਂ ਅੱਜ ਕੈਪਟਨ ਦੀ ਗੱਲ ਕਰਦੇ ਆ ਕਿ ਕੈਪਟਨ ਦੇ ਬੋਰਡ ਲੱਗ ਗਏ ਜੀ ਵੀ ਪੰਜਾਬ ਦਾ ਇੱਕੋ ਕੈਪਟਨ। ਇਹ ਤਾਂ ਪਹਿਲਾਂ ਹੀ ਸਿੱਧੂ ਸਾਹਿਬ ਬਹੁਤ ਪਹਿਲਾਂ ਕਹਿ ਚੁੱਕੇ ਆ ਕੌਣ ਕੈਪਟਨ। ਅੱਛਾ ਉਹ ਤਾਂ ਫੌਜ ਦਾ ਕੈਪਟਨ ਹੈ, ਮੇਰਾ ਕੈਪਟਨ ਤਾਂ ਰਾਹੁਲ ਗਾਂਧੀ ਹੈ। ਸੋ ਪਾਰਟੀ ਦੇ ਵਿੱਚ ਇਹ ਸਾਰਾ ਕੁਝ ਬਹੁਤ ਪਹਿਲਾਂ ਤੋਂ ਚੱਲੇ ਆ ਰਹੇ ਆ, ਅੱਜ ਨਹੀਂ ਇਹ ਨਵਾਂ ਸ਼ੁਰੂ ਹੋਇਆ ਹੈਗਾ। ਔਰ ਦੂਜੀ ਗੱਲ, ਜਿਹੜੇ ਤਾਂ ਤੁਸੀਂ ਪੋਸਟਰਾਂ ਦੀ ਗੱਲ ਕੀਤੀ ਹੈ, ਸਿੱਧੂ ਸਾਹਿਬ ਦੂਏ ਪੋਸਟਰਾਂ ਦੀ ਵੀ ਗੱਲ ਕਰੋ ਜਿਹੜੇ ਪਟਿਆਲੇ ਦੇ ਵਿੱਚ ਲੱਗੇ ਆ, ਜਿਹੜੇ ਫਤਿਹਗੜ੍ਹ ਸਾਹਿਬ ਦੇ ਵਿੱਚ ਲੱਗੇ ਆ, ਜਿਹੜੇ ਅੱਜ ਗੁਰਦਾਸਪੁਰ ਦੇ ਵਿੱਚ ਲੱਗੇ ਹੈਗੇ ਆ ਕਿ ਜੀ ਸਨੀ ਦਿਓਲ ਦੀ ਗੁੰਮਸ਼ੁਦਾ ਦੀ ਤਲਾਸ਼ ਹੈ, ਡਾਕਟਰ ਅਮਰ ਸਿੰਘ ਦੀ ਗੁੰਮਸ਼ੁਦਾ ਦੀ ਤਲਾਸ਼ ਹੈ। ਥਾਂ ਥਾਂ ਦੇ ਉੱਤੇ ਇਹਨਾਂ ਦੇ ਪੋਸਟਰ ਲੱਗ ਰਹੇ ਹੈ ਜੋ ਇਹਨਾਂ ਦੀ ਕਾਰਗੁਜ਼ਾਰੀ ਹੈਗੀ ਹੈ। ਔਰ ਸੰਧੂ ਸਾਹਿਬ ਇੱਕ ਗੱਲ ਕਹਿ ਰਹੇ ਸੀ, ਦੇਖੋ ਅਸੀਂ ਬਹੁਤ ਸਾਰੇ ਕੰਮ ਕੀਤੇ ਆ, ਕੁਝ ਅਧੂਰੇ ਰਹਿ ਗਏ। ਮੈਂ ਬੇਨਤੀ ਕਰੂੰਗਾ ਸੰਧੂ ਸਾਹਿਬ ਨੂੰ ਕਿ ਸੰਧੂ ਸਾਹਿਬ ਦੱਸ ਦਿਓ ਵੀ ਕਿਹੜੇ ਕਿਹੜੇ ਕਰਤੇ ਤੁਸੀਂ, ਕੋਈ ਇੱਕ ਕੰਮ ਗਿਣਾ ਦੇਣੇ। ਨਸ਼ਿਆਂ ਦੀ ਗੱਲ ਕਰਦੇ ਲਓ, ਮੈਂ ਤੁਹਾਨੂੰ ਅੱਜ ਪ੍ਰੈਕਟੀਕਲੀ ਇੱਕ ਗੱਲ ਦੇ ਵਿੱਚ ਇੱਕ ਗੱਲ ਦੱਸਦਾ ਜੀ। ਅੱਜ ਸਾਡੇ ਫਤਿਹਗੜ੍ਹ ਸਾਹਿਬ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰੀ ਕਿ ਇੱਕ ਨਜ਼ੀਰੀਅਨ ਜਿਹੜੇ ਹੈਗੇ ਆ ਉਹਨਾਂ ਨੂੰ ਜਿਹੜਾ ਹੈਗਾ ਨਸ਼ੇ ਦੇ ਮਾਮਲੇ ਦੇ ਵਿੱਚ ਫੜਿਆ ਗਿਆ। ਬੜੀ ਵੱਡੀ ਪ੍ਰੈਸ ਕਾਨਫਰੰਸ, ਸਾਰੀ ਪ੍ਰੈਸ ਉਹਦੇ ਵਿੱਚ ਬੈਠੀ ਸੀ। ਮੈਂ ਇਹਦੇ ਕੋਲੋਂ ਬਾਅਦ ਦੇ ਵਿੱਚ ਪ੍ਰੈਸ ਵਾਲੇ ਆ ਗਏ, ਮੈਂ ਕਿਹਾ ਲਓ ਜੀ ਇੱਕ ਆਰਡਰ ਚੱਕੋ। ਮੈਂ ਉਹਨਾਂ ਨੂੰ ਇੱਕ ਕੋਟਲਾ ਆਰਡਰ ਦਿੱਤਾ। ਇੱਕ ਗੋਬਿੰਦਗੜ੍ਹ ਤੋਂ ਜਿਹੜਾ ਹੈਗਾ ਪਹਿਲਾਂ ਨਜ਼ੀਰੀਅਨ ਫੜੇ ਗਏ ਸੀ, ਉਹ ਜਿਹੜੇ ਫੜੇ ਗਿਆ ਨਜ਼ੀਰੀਅਨ ਸੀ ਉਸ ਦੀ ਜ਼ਮਾਨਤ ਹੋ ਗਈ ਕੋਵਿਡ ਦੇ ਦੌਰਾਨ। ਔਰ ਕੋਵਿਡ ਦੇ ਦੌਰਾਨ ਜਿਹੜੀ ਜ਼ਮਾਨਤ ਹੋਈ ਉਹਦੇ ਵਕੀਲ ਵੀ ਜਾਲੀ, ਜ਼ਮਾਨਤੀ ਵੀ ਜਾਲੀ, ਗਵਾਹ ਵੀ ਜਾਲੀ, ਸਾਰੇ ਜਾਲੀ। ਔਰ ਜੱਜ ਨੇ ਜ਼ਮਾਨਤ ਲੈਣ ਵੇਲੇ ਕੋਈ ਵੈਰੀਫਿਕੇਸ਼ਨ ਨਹੀਂ ਕਰਾਈ। ਸਰਕਾਰੀ ਵਕੀਲ ਨੇ ਆਈਓ ਬੁਲਾ ਕੇ ਐ ਨਹੀਂ ਪੁੱਛਿਆ ਵੀ ਇਹ ਜ਼ਮਾਨਤੀ ਠੀਕ ਹੈ ਕਿ ਇਹਨੂੰ ਜ਼ਮਾਨਤ ਮਿਲਣੀ ਚਾਹੀਦੀ ਹੈ ਕਿ ਨਹੀਂ ਮਿਲਣੀ ਚਾਹੀਦੀ। ਮੁੜ ਕੇ ਉਹ ਜਿਹੜਾ ਹੈਗਾ ਪੀਓ ਹੋ ਗਿਆ। ਹੁਣ ਉਹਦੇ ਪੀਓ ਦੇ ਜਿਹੜੇ ਹੈਗੇ ਸੰਮਣ ਕਰਦੇ ਫਿਰਦੇ ਆ। ਇਹ ਅੱਗਾ ਦੌੜ ਪਿੱਛਾ ਚੌੜ ਹੈ ਇਹਨਾਂ ਦਾ। ਸੋ ਸਾਰੀਆਂ ਗੱਲਾਂ ਦੇ ਵਿੱਚ ਆ ਜਾਓ। ਅੱਜ ਕੋਵਿਡ ਦਾ ਟਾਈਮ ਹੈਗਾ, ਕੀ ਹੋ ਰਿਹਾ ਸਿੱਧੂ ਸਾਹਿਬ, ਪ੍ਰਾਈਵੇਟ ਹਸਪੀਟਲਾਂ ਨੂੰ, ਡਾਕਟਰ ਸਾਹਿਬ ਦਾ ਨਾ ਕੰਸਰਟ ਮਾਮਲਾ ਹੈਗਾ ਕਿ 400 ਰੁਪਏ ਦੀ ਦਵਾਈ ਹੈ ਜਿਹੜੀ ਉਹ 1060 ਰੁਪਏ ਦੇ ਵਿੱਚ ਵੇਚ ਰਹੇ ਆ, ਉਹ ਗਾਂ 1560 ਰੁਪਏ ਦੇ ਵਿੱਚ ਵੇਚ ਰਹੇ। ਦੱਸੋ ਲੋੜਾ ਇਹ ਪ੍ਰਮਾਤਮਾ ਦੇ ਘਰ ਦੇ ਵਿੱਚ, ਮਤਲਬ ਇਹ ਅੰਧੇਰ ਕਦੋਂ ਖਤਮ ਹੋਊਗਾ? ਤੁਸੀਂ ਹੋਰ ਕਿਸੇ ਗੱਲ ਤੇ ਮੈਨੂੰ ਇੱਕ ਗੱਲ ਦੱਸ ਦੇਣ ਸੰਧੂ ਸਾਹਿਬ ਵੀ ਆ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਇਹ ਕਾਂਗਰਸ ਜਿਹੜੀ ਹੈਗੀ ਆ ਠੀਕ ਕਰ ਰਹੀ ਹੈਗੀ ਆ। ਹੁਣ ਬਰਗਾੜੀ ਦੀ ਆ ਜੋ ਬਰਗਾੜੀ ਦੀ ਗੱਲ ਨਹੀਂ, ਬਰਗਾੜੀ ਦੀ ਗੱਲ ਮੈਨੂੰ ਸਾਰੀ ਜੀ ਕਰ ਲੈਣ। ਓਕੇ ਕਰੋ ਜੀ, ਕਰੋ। ਬਰਗਾੜੀ ਦੀ ਗੱਲ ਕਰਦੇ ਸੀ। ਮੇਰਾ ਕੁਐਸਚਨ ਇਹ ਹੈਗਾ ਜੀ ਕਿ ਬਰਗਾੜੀ ਦਾ ਧਰਨਾ ਕਿਹਨੇ ਉਠਾਇਆ? ਦੂਜਾ ਸਵਾਲ ਮੇਰਾ ਇਹ ਹੈਗਾ ਕਿ ਬਰਗਾੜੀ ਦਾ ਧਰਨਾ ਕਿਹਨੇ ਉਠਵਾਇਆ? ਕੀ ਧਰਨਾ ਉਠਾਉਣ ਵਾਲੇ ਜਿਹੜੇ ਮੰਤਰੀ ਸੀ, ਜਿਹੜਿਆਂ ਨੇ ਉੱਥੇ ਵਿਸ਼ਵਾਸ ਦਵਾ ਕੇ ਆਏ ਕਿ ਅਸੀਂ ਇੰਨੀ ਦੇਰ ਦੇ ਵਿੱਚ ਇਹ ਮਾਮਲਾ ਜਿਹੜਾ ਹੈ ਸੋਲਵ ਕਰ ਦੇਣਾ ਹੈਗਾ। ਸਵਾਲ ਤਾਂ ਇਹ ਹੈਗਾ ਕਿ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਮਿਲਿਆ ਜਾਂ ਨਹੀਂ ਮਿਲਿਆ? ਅੱਜ ਜਿਹੜਾ ਹੈਗਾ
ਕੋਰਟ ਸਾਨੀ ਦੇ ਸਾਹਿਬ ਵਿੱਚ ਕੁਐਸਚਨ ਉੱਠ ਰਹੇ ਆ ਇਹਨਾਂ ਦੀ ਸਾਨੀ ਸਾਰੀ ਸਾਹਿਬ ਹੁਣ ਤਾਂ ਤੁਹਾਡਾ ਜਿਹੜੀ ਵਿਊ ਹੈਗੀ ਪੁਆਇੰਟ ਆ ਗਿਆ ਸਰ ਜੀ। ਤਾਨੀ ਜੀ ਤੁਹਾਡਾ ਵਿਊ ਪੁਆਇੰਟ ਆ ਗਿਆ। ਡਾਕਟਰ ਸੰਧੂ ਤੁਸੀਂ ਆਪਣੀ ਗੱਲ ਵੀ ਕਹਿਣਾ ਚਾਹੁੰਦੇ ਸੀ, ਪਰ ਧਾਰਨੀ ਜੀ ਨੇ ਤੇ ਜਗਤਾਰ ਸਿੰਘ ਨੱਡਾ ਨੇ ਜਿਹੜੇ ਸਵਾਲ ਉਠਾਏ ਹੈ ਕਿ ਪੰਜਾਬ 'ਚ ਕੈਪਟਨ ਅਮਰਿੰਦਰ ਸਰਕਾਰ ਨੇ ਕੀਤੇ ਕੁਝ ਨਹੀਂ। ਆਪਾਂ ਕਿਹੜੇ ਵਾਅਦਿਆਂ ਤੇ ਦਾਅਵਿਆਂ ਦੀਆਂ ਗੱਲਾਂ ਕਰਦੇ ਹਾਂ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਤੇ ਤਾਂ ਬਹੁਤ ਵੱਡਾ ਸਵਾਲ ਹਾਈ ਹੈ। ਕਾਂਗਰਸ ਪਾਰਟੀ ਦੇ ਅੰਦਰੋਂ ਵੀ ਉੱਠ ਰਿਹਾ ਸਵਾਲ ਜੀ। ਡਾਕਟਰ ਸੰਧੂ, ਪਿਛਲੇ 4.25 ਸਾਲ ਤੋਂ ਮੈਂ ਡਿਬੇਟਾਂ ਤੇ ਆ ਰਿਹਾ, ਵੱਖੋ ਵੱਖ ਚੈਨਲਾਂ ਦੇ ਉੱਤੇ, ਤੁਹਾਡੇ ਤੇ ਵੀ ਬਥੇਰੀਆਂ ਕੀਤੀਆਂ। ਮੈਂ ਧਾਰਨੀ ਸਾਹਿਬ ਦੀ ਗੱਲ ਦਾ ਇਹ ਜਵਾਬ ਦਿੰਦਾ ਵੀ ਮੈਂ ਅੱਜ ਤੱਕ ਕਦੇ ਵੀ ਨਹੀਂ ਕਿਹਾ ਵੀ ਕੋਈ ਵੀ ਵਾਅਦਾ ਜਿਹੜਾ ਹੈਗਾ ਹੈ ਉਹ ਸੰਪੂਰਨ ਤੌਰ ਤੇ ਮੁਕੰਮਲ ਹੋਇਆ। ਮੈਂ ਹਮੇਸ਼ਾ ਇਹ ਕਿਹਾ ਜੋ ਵਾਅਦੇ ਕੀਤੇ ਗਏ ਸੀ ਉਹਨਾਂ ਤੇ ਕੰਮ ਹੋਇਆ, ਔਰ ਉਹ ਕੰਮ ਜਿਹੜਾ ਹੈਗਾ ਉਹਦੇ 'ਚ ਅੜਚਣਾਂ ਆਈਆਂ, ਉਹਦੇ 'ਚ ਕਈ ਤਰ੍ਹਾਂ ਦੀਆਂ ਅੜਚਣਾਂ ਆਈਆਂ ਹੈਗੀਆਂ। ਉਹ ਕੰਮ ਪੂਰੇ ਜਿਹੜੇ ਆ ਨਹੀਂ ਹੋਏ, ਲੇਕਿਨ ਇਹ ਨਹੀਂ ਹੈ ਕਿ ਗੌਰਮੈਂਟ ਜਿਹੜੀ ਹੈ 4.5 ਸਾਲ ਮੰਜੇ 'ਚ ਸੁੱਤੀ ਰਹੀ ਹੈ ਤੇ ਉਹਨਾਂ ਨੇ ਧਿਆਨ ਹੀ ਨਹੀਂ ਕੀਤਾ, ਕਿਉਂਕਿ ਗੌਰਮੈਂਟ ਨੇ ਆਫਟਰ ਆਲ 5 ਸਾਲਾਂ ਬਾਅਦ ਫਿਰ ਲੋਕਾਂ ਨੂੰ ਫੇਸ ਕਰਨਾ ਹੁੰਦਾ। ਸੋ ਨਿਰੀ ਅੱਖਾਂ ਮੀਚ ਕੇ ਕ੍ਰਿਟਿਸਿਜ਼ਮ ਫॉर ਦੀ ਸੇਕ ਆਫ ਕ੍ਰਿਟਿਸਿਜ਼ਮ ਜਿਹੜੀ ਹੈ ਨਾ, ਉਹਦਾ ਕੋਈ ਅਸਰ ਨਹੀਂ ਹੁੰਦਾ। ਮੈਂ ਕਦੇ ਵੀ ਅੱਜ ਤੱਕ ਨਹੀਂ ਕਿਹਾ, ਮੈਂ ਤਾਂ ਖੁਦ ਸਵਾਲ ਉਠਾਉਣਾ ਹੁੰਦਾ ਵੀ ਆਪਣਾ ਪੇਸ ਬਹੁਤ ਸਲੋ ਚੱਲ ਰਿਹਾ, ਆਪਣਾ ਪੇਸ ਥੋੜਾ ਜਿਹਾ ਵਧਾਉਣਾ ਪਊਗਾ, ਲੋਕਾਂ ਨੂੰ ਕੁਛ ਨਾ ਕੁਛ ਉਹਨਾਂ ਦੇ ਹੱਥ 'ਚ ਫੜਾਉਣਾ ਪਊਗਾ। ਜੋ ਤੁਸੀਂ ਦੇ ਰਹੇ ਹੋ ਬਹੁਤ ਘੱਟ ਰੂੰਗੇ ਵਾਲਾ ਕੰਮ ਹੈ, ਰੂੰਗੇ ਵਾਲਾ ਕੰਮ ਨਾ ਕਰੋ, ਥੋੜੀ ਜਿਹੀ ਆਪਦੀਆਂ ਜਰਾਬਾਂ ਖਿੱਚੋ ਤਾਂ ਨੂੰ ਤੇ ਕੰਮ ਕਰਨਾ ਚਾਹੀਦਾ। ਇਹ ਕੱਲਾ ਮੈਂ ਨਹੀਂ, ਇਹੀ ਆਵਾਜ਼ ਜਿਹੜੀ ਹੈ ਇਹ ਨਵਜੋਤ ਸਿੰਘ ਸਿੱਧੂ ਦੀ ਹੈ, ਇਹੀ ਆਵਾਜ਼ ਪ੍ਰਗਟ ਦੀ ਹੈ, ਇਹੀ ਆਵਾਜ਼ ਰੰਧਾਵੇ ਦੀ ਹੈ, ਇਹੀ ਆਵਾਜ਼ ਹਰ ਉਸ ਕਾਂਗਰਸ ਦੇ ਕਾਰਜਕਰਤਾ ਤੇ ਵਰਕਰ ਦੀ ਹੈ ਜਿਹੜੇ ਲੋਕਾਂ 'ਚ ਆਪ ਵਿਚਰ ਰਹੇ ਆ। ਸੰਧੂ ਸਾਹਿਬ ਕਿੰਨਾ ਪੇਸ ਵਧਾ ਲਓਗੇ ਤੁਸੀਂ ਸੰਧੂ ਸਾਹਿਬ ਜੀ? ਵਾਰੀ ਆਈ ਤੇ ਬੋਲੋ, ਵਾਰੀ ਆਈ ਤੇ ਬੋਲੋ, ਬਸ ਇੰਨੀ ਬੇਨਤੀ ਹੈ। ਤੁਹਾਨੂੰ ਆਦਤ ਹੈ ਆਮ ਆਦਮੀ ਪਾਰਟੀ ਵਾਲਿਆਂ ਨੂੰ ਸਵਾਲ ਆਉਂਦਾ ਮਨ 'ਚ ਸਵਾਲ ਆਉਂਦਾ ਨਾ, ਰੱਖਿਆ ਕਰੋ, ਵਾਰੀ ਤੇ ਪੁੱਛ ਲਿਆ ਕਰੋ। ਡਾਕਟਰ ਸਾਹਿਬ ਆਪਣੀ ਗੱਲ ਕਰ ਲਓ ਪਲੀਜ਼। ਮੈਂ ਸਿਰਫ ਇੰਨੀ ਗੱਲ ਕਰਦਾ ਹਾਂ ਬਈ ਅੱਜ ਜੋ ਸਵਾਲ ਕਾਂਗਰਸ ਉੱਠੇ ਜਿਹਦੇ ਕਰਕੇ ਜੋ ਮਰਜ਼ੀ ਤੁਸੀਂ ਮਤਲਬ ਕੱਢ ਲਓ ਵੀ ਇਹ ਤਾਂ ਜੀ ਸੁਲ੍ਹਾ ਸਫਾਈ ਧਾਰਨੀ ਦੇ ਹਿਸਾਬ ਮੁਤਾਬਕ ਸੁਲ੍ਹਾ ਸਫਾਈ ਕਰਾਉਣ ਵਾਸਤੇ ਹੈ ਬਈ ਦੋਵੇਂ ਜਾਣੇ ਇਕੱਠੇ ਹੋ ਕੇ ਅਸੀਂ ਜੁਆਇੰਟ ਫੇਸ ਜਾਂ ਇੱਕ ਪਾਰਟੀ ਦਾ ਸਿੰਗਲ ਫੇਸ ਦਈਏ। ਇਹ ਸਾਰੀਆਂ ਪਾਰਟੀਆਂ 'ਚ ਹੁੰਦਾ। ਤੁਹਾਡੀਆਂ ਪਾਰਟੀਆਂ ਦੇ ਬਥੇਰੇ ਲੋਕ ਛੱਡ ਕੇ ਗਏ, ਆਮ ਆਦਮੀ ਪਾਰਟੀ ਵਾਲੇ ਕਦੇ ਇੱਧਰ ਨੂੰ ਇੱਧਰ ਨੂੰ, ਤਿੰਨਾਂ ਦੇ ਐਮਐਲਏ ਭੱਜ ਗਏ। ਇਹ ਗੱਲਾਂ ਜਿਹੜੀਆਂ ਇਹ ਗੱਲਾਂ ਛੋਟੀਆਂ ਨੇ ਪੰਜਾਬ ਦੇ ਮਸਲਿਆਂ ਦੇ ਅੱਗੇ। ਪੰਜਾਬ ਦੇ ਮਸਲੇ ਕੀ ਹੈ? ਪੰਜਾਬ ਦਾ ਸਭ ਤੋਂ ਵੱਡਾ ਮਸਲਾ ਹੈਗਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਉਹਦਾ ਇਨਸਾਫ। ਨੰਬਰ 2 ਉਹਦੇ ਤੇ ਅਜੇ ਤੱਕ ਅਸੀਂ ਕਾਮਯਾਬ ਨਹੀਂ ਹੋਏ। ਇਸੇ ਕਰਕੇ ਸਾਡੇ ਖੁਦ ਦੇ ਐਮਐਲਏ ਸਾਡੇ ਆਪਦੇ ਵਰਕਰ ਸਣੇ ਮੇਰੇ ਸਵਾਲ ਕਰ ਰਹੇ ਆ ਸਰਕਾਰ ਨੂੰ ਕਿ ਕਦੋਂ। ਦੂਸਰੀ ਗੱਲ ਸਭ ਤੋਂ ਵੱਡਾ ਇੱਕ ਮਿੰਟ ਜੀ, ਦੂਜਾ ਵੱਡਾ ਮਸਲਾ ਫਾਰਮਰਸ ਦਾ। ਫਾਰਮਰਸ ਦੇ ਉੱਤੇ ਵੀ ਬੜੇ ਸਵਾਲ ਅਸੀਂ ਆਪਦੀ ਸਰਕਾਰ ਨੂੰ ਕੀਤੇ ਹੈ ਕਿ ਆਪਾਂ ਉਹ ਗਵਰਨਰ ਨੂੰ ਫੜਾਇਆ ਹੈ, ਉਹ ਗਵਰਨਰ ਉਹਦੇ ਉੱਤੇ ਬੈਠਾ ਹੈ, ਆਪਾਂ ਚਿੱਠੀਆਂ ਲਿਖੀ ਜਾਂਦੇ ਹਾਂ, ਲੇਕਿਨ ਫਾਰਮਰ ਦਾ ਹੋਇਆ ਕੀ ਹੈ? ਅੱਜ 3 ਲੱਖ ਟਨ ਤੋਂ ਉੱਤੇ ਪ੍ਰਿੰਥਾਂ ਦੇ ਪਈ ਕਣਕ ਖਰਾਬ ਹੋ ਗਈ ਨਾ। ਜੀ ਬਿਲਕੁਲ ਬਹੁਤ ਵੱਡੇ ਮਸਲੇ ਆ। ਡੈਮੋਕ੍ਰੈਟਿਕ ਸੈਟਅਪ ਦੇ ਵਿੱਚ ਜਿਹੜੇ ਡੈਮੋਕ੍ਰੇਸੀ 'ਚ ਬਿਲੀਵ ਕਰਦੇ ਆ, ਇਨਰ ਪਾਰਟੀ ਐਂਡ ਆਊਟਸਾਈਡ, ਉਹਨਾਂ ਨੇ ਸਵਾਲ ਕੀਤੇ ਹੁੰਦੇ ਆ ਔਰ ਜਿਹੜੇ ਪਾਵਰ ਦੇ ਜਵਾਬ ਦੇਣੇ ਹੁੰਦੇ ਆ। ਨੈਕਸਟ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਇਹਨਾਂ ਮੁੱਦਿਆਂ ਤੇ ਆ ਰਹੇ ਹਾਂ ਵਾਪਸ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਤਾਨੀ ਸਾਹਿਬ, ਬ੍ਰੇਕ ਤੋਂ ਪਹਿਲਾਂ ਤੁਸੀਂ ਆਪਣੀ ਗੱਲ ਮੁਕੰਮਲ ਕਰ ਰਹੇ ਸੀ। ਹਾਂਜੀ ਦੇਖੋ ਸਿੱਧੂ ਸਾਹਿਬ, ਮੈਂ ਡਾਕਟਰ ਸਾਹਿਬ ਨੂੰ ਪੁੱਛਦਾ ਹਾਂ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ, ਚਾਹੇ ਉਹ ਫਤਿਹਗੜ੍ਹ ਸਾਹਿਬ ਦੇ ਵਿੱਚ ਹੋਣ, ਚਾਹੇ ਉਹ ਅੰਮ੍ਰਿਤਸਰ ਦੇ ਵਿੱਚ ਹੋਣ, ਚਾਹੇ ਉਹ ਨਨਕਾਣਾ ਸਾਹਿਬ ਦੇ ਵਿੱਚ ਹੋਣ, ਕੀ ਕਿਸੇ ਦੀ ਮਹੱਤਤਾ ਘੱਟ ਜਾਂ ਕਿਸੇ ਦੀ ਵੱਧ ਹੈ ਕਿ ਨਹੀਂ? ਇੱਕ ਕੁਐਸਚਨ ਮੇਰਾ। ਦੂਸਰੀ ਗੱਲ, ਕੀ ਬਰਗਾੜੀ ਔਰ ਬਾਈਬਲ ਕਲਾਂ ਦੇ ਵਿੱਚ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਕਿਆ ਉਹਦੀ ਜ਼ਿਆਦਾ ਇੰਪੋਰਟੈਂਸ ਹੈ ਜਾਂ ਜਿਹੜੇ ਬਾਕੀ ਥਾਵਾਂ ਦੇ ਉੱਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ ਉਹ ਵੀ ਬਰਾਬਰ ਹੈਗਾ? ਮੈਂ ਇਹਨਾਂ ਨੂੰ ਇੱਕ ਸਵਾਲ ਕਰਦਾ ਹੈ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ 2 ਗੁਰਦੁਆਰਾ ਸਾਹਿਬਾਨ ਦੇ ਵਿੱਚ ਬੇਅਦਬੀ ਹੋਈ, ਇੱਕ ਤਖਾਣ ਮਾਜਰਾ ਤੇ ਇੱਕ ਜੱਲਾ। ਉਹਦੇ ਵਿੱਚ ਮੈਂ ਵਕੀਲ ਹੈਗਾ, ਉਹਦੇ ਵਿੱਚ ਹਾਈ ਕੋਰਟ ਉਹਦੇ ਵੱਲੋਂ ਐਸਜੀਪੀਸੀ ਵੱਲੋਂ। ਮੈਂ ਇੱਕ ਗੱਲ ਦੱਸਣੀ ਚਾਹੁੰਦਾ ਜੀ ਕਿ ਉਸ ਦੇ ਵਿੱਚ 295 ਤੋਂ ਇਲਾਵਾ UAPA ਵੀ ਲੱਗਿਆ ਵਾ ਹੈਗਾ ਜੀ। ਔਰ UAP ਦੇ ਵਿੱਚ ਅੱਜ ਉਹ ਪਿਛਲੇ 20 ਦੇ ਵਿੱਚ 7ਵੇਂ ਮਹੀਨੇ ਦੇ ਵਿੱਚ ਉਹ ਬੇਅਦਬੀਆਂ ਹੋਈਆਂ ਸੀ। ਅੱਜ ਜਿਹੜਾ ਹੈਗਾ 5ਵਾਂ 6ਵਾਂ ਮਹੀਨਾ ਹੋ ਚੱਲਿਆ, 6ਵਾਂ ਮਹੀਨਾ ਜੀ। ਮੈਂ ਇਹ ਕਹਿਣਾ ਹੈ ਕਿ ਉਹਨਾਂ ਦੇ ਵਿੱਚ ਚਲਾਨ ਨਾ ਪੇਸ਼ ਹੋਣ ਦੀ ਵਜ੍ਹਾ ਕਰਕੇ ਉਹ ਇਨਸਾਨ ਜਿਹੜਾ ਸੀ ਫੜ ਕੇ ਜਿਹੜਾ ਹੈਗਾ ਪੁਲਿਸ ਨੂੰ ਫੜਾਇਆ ਸੀ, ਮੌਕੇ ਤੇ ਫੜਿਆ ਗਿਆ ਸੀ, ਉਸ ਬੰਦੇ ਦੀ ਜ਼ਮਾਨਤ ਹੋ ਗਈ ਔਰ ਅਦਾਲਤ ਦੇ ਵਿੱਚ ਮੁੜ ਕੇ ਉਹ ਆਇਆ ਨਹੀਂ ਹੈਗਾ, ਉਹਨੇ ਐਗਜ਼ੈਂਪਸ਼ਨ ਭੇਜਤੀ। ਔਰ ਮੇਰੇ ਵਰਗੇ ਜਿਹੜੇ ਹੈਗੇ ਉਸ ਦੇ ਵਿੱਚ ਵਕੀਲ ਦੇ ਤੌਰ ਤੇ ਪੰਗੇ ਲੈ ਰਹੇ ਹੈਗੇ ਆ,
ਸਾਨੂੰ ਆਪਣੇ ਆਪ ਨੂੰ ਪ੍ਰੋਬਲਮ ਖੜੀ ਹੋ ਰਹੀ ਹੈਗੀ ਆ। ਮੈਂ ਇਹਨਾਂ ਨੂੰ Thank ਪੁੱਛਣਾ you. ਕਿ ਬੇਅਦਬੀਆਂ ਸਿਰਫ ਜਿੱਥੇ ਸਿਆਸਤ ਕਰਨੀ ਉੱਥੇ ਬੇਅਦਬੀ ਹੈ, ਜਾਂ ਬੇਅਦਬੀ ਆਪਣਾ ਜਿਹੜਾ ਹੈਗਾ ਤਖਾਣ ਮਾਜਰੇ ਔਰ ਜੱਲੇ ਦੇ ਵਿੱਚ ਵੀ ਬੇਅਦਬੀ ਆ? ओके मैं थैंक यू मैं वेरी मच। जवाब जवाब दे दिया जी, 30 मिनटा जवाब दे मैं जवाब लेना है डॉक्टर संधू, मैं जवाब लेना है। सिंगड़ा जी भी कोई अपनी गल कहना चाहते हैं, इकट्ठे जवाब दे दो। सिंगड़ा साहब। ਸਿੱਧੂ ਸਾਹਿਬ, ਮੈਂ ਤਾਂ ਸੰਧੂ ਸਾਹਿਬ ਨੂੰ ਉਦੋਂ ਵਿੱਚ ਇੱਕ ਕਿਹਾ ਸੀਗਾ, ਮੈਂ ਇੰਟਰਪਟ ਨਹੀਂ ਸੀ ਕਰਨਾ ਚਾਹੁੰਦਾ ਇਹਨਾਂ ਨੂੰ, ਵੀ ਇਹਦੇ ਬਾਰੇ ਦੱਸ ਵੀ ਦੇਣ ਵੀ ਕਿੱਦਾਂ ਸੌਕਸ ਖਿੱਚਣਗੇ, ਕਿੱਦਾਂ ਪੇਸ ਨੂੰ ਤੇਜ਼ ਕਰਨਗੇ, ਕਿਉਂਕਿ ਹੋ ਹੀ ਕੁਛ ਨਹੀਂ ਰਿਹਾ ਨਾ। ਬੇਸਿਕਲੀ ਕੀ ਆ, ਬੇਸਿਕਲੀ ਕਰਪਸ਼ਨ ਹੋ ਰਹੀ ਹੈ, ਵੱਡੇ ਪੱਧਰ ਤੇ ਕਰਪਸ਼ਨ ਹੋ ਰਹੀ ਆ। ਪੰਜਾਬ ਸਰਕਾਰ ਦੇ ਵਿੱਚ ਮੰਤਰੀਆਂ ਦੀ ਜਾਂ MLA ਦੀ ਬਹੁਤੀ ਪੁੱਛਗਿੱਛ ਹੈ ਨਹੀਂ, ਇੱਕਾ ਦੁੱਕਾ ਨੂੰ ਛੱਡ ਕੇ ਜਿਹੜੇ ਐਡਵਾਈਜ਼ਰ ਨੇ ਕੈਪਟਨ ਅਮਰਿੰਦਰ ਸਿੰਘ ਹੁਣਾਂ ਦੇ, ਉਹੋ ਹੀ ਸਾਰੀ ਸਰਕਾਰ ਚਲਾ ਰਹੇ ਆ। ਅਫਸਰਸ਼ਾਹੀ ਰਾਹੀਂ ਮਾਫੀਆ ਰਾਜ ਇੱਕ ਤਰ੍ਹਾਂ ਨਾਲ ਚੱਲ ਰਿਹਾ, ਜਿਹੜਾ ਸ਼੍ਰੋਮਣੀ ਅਕਾਲੀ ਦਲ ਵੇਲੇ ਚੱਲ ਰਿਹਾ ਸੀਗਾ ਉਹੋ ਹੀ ਅੱਗੇ ਫਾਰਵਰਡ ਹੋ ਗਿਆ। ਉਹ 'ਚ ਰੇਸ਼ੋ ਬਦਲ ਗਈ 75-25 ਦੀ, ਉਹ ਮਤਲਬ ਉਹਦੇ ਨਾਲ ਜਿਹੜਾ ਉਹ ਸਾਰਾ ਕੁਝ ਵੰਡ ਕੀਤੀ ਜਾ ਰਹੀ ਆ। ਲੋਕਾਂ ਦਾ ਬਹੁਤ ਮਾੜਾ ਹਾਲ ਹੈ। ਇੱਥੇ ਚੰਡੀਗੜ੍ਹ ਦੀਆਂ ਕੋਠੀਆਂ 'ਚ ਬੈਠ ਕੇ ਡਿਬੇਟ ਕਰ ਲੈਣੀ, ਕਹਿਣਾ ਪੇਸ ਵਧਾ ਦੇਣੀ ਆ, ਇਹ ਸੁਣੀਆਂ ਲੱਛੇਦਾਰ ਗੱਲਾਂ ਬੜੀਆਂ ਚੰਗੀਆਂ ਲੱਗਦੀਆਂ ਆ, ਪਰ ਆਪਾਂ ਪਿੰਡਾਂ ਜਾ ਕੇ ਦੇਖੀਏ, ਬਾਹਰ ਨਿਕਲ ਕੇ ਦੇਖੀਏ, ਲੋਕਾਂ 'ਚ ਜਾ ਕੇ ਦੇਖੀਏ, ਬਹੁਤ ਮਾੜੀ ਹਾਲਤ ਹੈ। ਜਿੱਦਾਂ ਮੈਂ ਪਹਿਲਾਂ ਦੱਸਿਆ, ਜੌਬ ਨੌਕਰੀ ਨਹੀਂ ਕਿਸੇ ਨੂੰ ਮਿਲੀ ਹੈਗੀ। ਫਿਰ ਐਜੂਕੇਸ਼ਨ ਦਾ ਬੜਾ ਮਾੜਾ ਹਾਲ ਹੈ। ਕਰਪਸ਼ਨ ਤੇ ਇੱਥੋਂ ਤੱਕ ਪਹੁੰਚ ਗਿਆ ਕਿ ਵੈਕਸੀਨ ਘੁਟਾਲਾ ਸਾਹਮਣੇ ਆ ਗਿਆ, ਜਿਹਦਾ ਮਤਲਬ ਇਹਨਾਂ ਨੂੰ ਆਪਣੇ ਆਰਡਰ ਵਾਪਸ ਲੈਣੇ ਪੈ ਗਏ। ਇੱਕ ਉਹ ਪ੍ਰਾਈਮਾ ਫੇਸ਼ਾ ਹੀ ਇਹ ਸਾਹਮਣੇ ਆਉਂਦਾ ਹੈ ਵੀ ਜਿਹੜੀ ਇਹਨਾਂ ਨੇ ਉਹ ਵੈਕਸੀਨ ਵੇਚਣ ਲੱਗ ਗਿਆ, ਜਦ ਕਿ ਵੈਕਸੀਨ ਸਾਰੀ ਦੁਨੀਆ 'ਚ ਫ੍ਰੀ ਲਾਈ ਜਾ ਰਹੀ ਆ। 400 ਦੀ ਖਰੀਦ ਕੇ 1000 ਨੂੰ ਵੇਚਣ ਲੱਗ ਗਏ, ਜਿਨ੍ਹਾਂ ਨੇ 1000 ਦੀ ਖਰੀਦੀ ਉਹ 1560 ਨੂੰ ਵੇਚਣ ਲੱਗ ਗਏ। ਅੰਡਰ ਹੈਂਡ ਪੈਸੇ ਕਿਵੇਂ ਡਿਸਟ੍ਰੀਬਿਊਟ ਹੋਏ ਆ। ਆ ਜਿਹੜੀ ਆ ਕਿੱਟ ਹੈ ਉਹਦਾ ਘੁਟਾਲਾ ਸਾਹਮਣੇ ਆ ਗਿਆ। ਲੰਮਾ ਬਹੁਤ ਕਰ ਲੈਣਗੇ ਔਰ ਉਹਦੇ ਵਿੱਚ ਇਹਨਾਂ ਨੂੰ ਜਵਾਬ ਕੋਈ ਨਹੀਂ ਹੈ ਇਹਨਾਂ ਕੋਲ। ਉਸ ਜਿਹੜਾ ਇੰਚਾਰਜ ਸੀਗਾ ਉਹਨੂੰ ਵੀ ਬਦਲਣਾ ਪਿਆ, ਤੇ ਅਸੀਂ ਇਹਨਾਂ ਨੂੰ ਇਨਕੁਆਇਰੀ ਕਰਨ ਲਈ ਕਹਿੰਦੇ ਆ। ਇਨਕੁਆਇਰੀ ਅਜੇ ਤੱਕ ਕੋਈ ਨਹੀਂ ਕਰਵਾਈ, ਔਰ ਇਹਨਾਂ ਦੀ ਹਾਈ ਕਮਾਂਡ ਰਾਹੁਲ ਗਾਂਧੀ, ਸੋਨੀਆ ਗਾਂਧੀ ਕੁਝ ਬੋਲੇ ਹੀ ਨਹੀਂ ਹੈ। ਹੋ ਸਕਦਾ ਘੁਟਾਲੇ ਦਾ ਪੈਸਾ ਉਹਨਾਂ ਤੱਕ ਵੀ ਜਾਂਦਾ ਹੋਵੇ ਜਿਹੜੇ ਇਹਦੇ ਬਾਰੇ ਕੋਈ ਕਮੈਂਟ ਨਹੀਂ ਦਿੱਤਾ। 3 ਮੈਂਬਰੀ ਕਮੇਟੀ ਪੰਜਾਬ ਬਾਰੇ ਬਣਾਈ ਆ, ਉਹ ਵੀ ਨਹੀਂ ਇਹਦੇ ਤੇ ਬੋਲੇ। ਸੋ ਸਰਕਾਰ ਦੇ ਵਿੱਚ ਬਹੁਤ ਮਾੜਾ ਹਾਲ ਹੈ। थैंक यू वेरी मच सिंगड़ा जी, ਕੋਈ ਵੀ ਕੰਮ ਨਹੀਂ। थैंक यू सिंगड़ा साहब, थैंक यू वेरी मच। डॉक्टर संधू प्लीज ਤੁਸੀਂ ਆਪਣੀ ਗੱਲ ਔਰ ਜਵਾਬ ਵੀ ਦੇਣਾ ਚਾਹੁੰਦੇ ਸੀ। ਕੋਈ ਤੁਹਾਡਾ ਸਵਾਲ ਆ ਤਾਂ ਪੁੱਛ ਲਓ ਜੀ, ਮੈਂ ਨਾਲ ਦੀ ਨਾਲ ਹੀ ਕਰ ਦੇਣਾ ਸਰ। ਜੀ ਸਵਾਲ ਤਾਂ ਦੋਨਾਂ ਦਾ ਹੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਤੇ ਗੱਲ ਜਿਹੜੀ ਹੈਗੀ ਹੈ ਧਾਰਨੀ ਸਾਹਿਬ ਨੇ ਕੀਤੀ ਹੈ। ਵੱਡੇ ਮਾਮਲੇ ਕਹਿੰਦੇ ਸਿਆਸਤ ਹੋ ਰਹੀ ਹੈ ਇਹਨਾਂ ਮੁੱਦਿਆਂ ਤੇ, ਹੋਰ ਥਾਵਾਂ ਤੇ ਵੀ ਬੇਅਦਬੀ ਹੋਈ ਹੈ, ਕਿਤੇ ਨੋਟਿਸ ਹੀ ਨਹੀਂ ਲਿਆ ਜਾ ਰਿਹਾ। ਔਰ ਸਿੰਗੜਾ ਸਾਹਿਬ ਨੇ ਕਿਹਾ ਕਿ ਦੱਬ ਕੇ ਪੰਜਾਬ ਲੁੱਟਿਆ ਜਾ ਰਿਹਾ, ਕਰਪਸ਼ਨ ਹੋ ਰਹੀ ਹੈ। ਦੋ ਹੀ ਗੱਲਾਂ, ਮੇਰਾ ਕੋਈ ਸਵਾਲ ਨਹੀਂ ਡਾਕਟਰ ਸੰਧੂ, ਮਹਿਮਾਨਾਂ ਦੇ ਸਵਾਲ। ਦੋ ਘੁਟਾਲੇ, ਫਤਿਹ ਕਿੱਟ ਘੁਟਾਲਾ ਤੇ ਵੈਕਸੀਨ ਘੁਟਾਲਾ। ਓਕੇ ਗੱਲ ਆ ਗਈ ਥੋੜੀ ਜੀ। ਡਾਕਟਰ ਸੰਧੂ, ਧਾਰਨੀ ਸਾਹਿਬ ਦੀ ਗੱਲ ਦਾ ਮੈਂ ਜਵਾਬ ਇਹਨਾਂ ਤੋਂ ਹੀ ਮੰਗਦਾ, ਇਹਨਾਂ ਦੇ ਸਵਾਲ ਦਾ। ਬਈ ਇਹ ਕੋਈ ਵੀ ਸਿੱਖ, ਕਿਸੇ ਵੀ ਸਿੱਖ ਇਨਸਾਨ ਨੂੰ ਸਿਆਸਤ ਛੱਡ ਦਿਓ, ਤੁਸੀਂ ਪਾਰਟੀਆਂ ਛੱਡ ਦਿਓ, ਇਹ ਵਾਜਬ ਸਵਾਲ ਬਣਦਾ ਬਈ ਗੁਰੂ ਗ੍ਰੰਥ ਸਾਹਿਬ ਦੀ ਮਹੱਤਤਾ ਜਿਹੜੀ ਆ ਉਹ ਇੱਕ ਜਗ੍ਹਾ ਤੇ ਜ਼ਿਆਦਾ ਤੇ ਦੂਜੀ ਜਗ੍ਹਾ ਤੇ ਘੱਟ ਹੈ। ਇਹਨਾਂ ਨੂੰ ਆਪ ਨੂੰ ਸੋਚਣਾ ਚਾਹੀਦਾ ਇਹੋ ਜਿਹਾ ਸਵਾਲ ਕਰਨ ਤੋਂ ਪਹਿਲਾਂ ਕਿ ਇਹ ਤਾਂ ਮਤਲਬ ਹੀ ਕੋਈ ਨਹੀਂ ਬਣਦਾ। ਜਿਹੜਾ ਨਾਨਕ ਨਾਮ ਲੇਵਾ ਹੈ, ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ, 10ਵੇਂ ਪਾਤਸ਼ਾਹ ਦੇ ਹੁਕਮ ਦੇ ਮੁਤਾਬਕ, ਉਹ ਬੰਦਾ, ਉਹਦੀ ਮਹੱਤਤਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ, ਤੁਰਕੀ ਬਾਣੀ ਦੀ, ਸਾਡਾ ਗੁਰੂ ਹੈ, ਉਹ ਅਸੀਂ ਆਪਦਾ ਗੁਰੂ ਪਿਤਾ ਮੰਨਦੇ ਹਾਂ। ਸੋ ਇਹ ਜਿੱਥੇ ਵੀ ਬੇਅਦਬੀ ਹੋਈ ਹੈ, ਜਿਹਨੇ ਵੀ ਕੀਤੀ ਹੈ, ਉਹ ਮਾਫੀ ਦੇ ਕਾਬਲ ਹੈ ਨਹੀਂ। ਕਿਵੇਂ ਛੁੱਟ ਗਿਆ, ਉਹ ਭੱਜ ਗਿਆ, ਆਹ ਹੋ ਗਿਆ, ਫਲਾਨਾ ਕਰਤਾ, ਉਹਦੇ ਵਾਸਤੇ ਤੁਸੀਂ ਇੱਕ ਬੰਦੇ ਨੂੰ ਜਿਹੜਾ ਮੋਢੀ ਆ, ਹੁਣ ਤੁਹਾਡੇ, ਤੁਸੀਂ ਆਪ ਦਾ ਜਵਾਬ ਦੇ ਦਿਓ ਕਿ ਬੇਅਦਬੀਆਂ ਸਾਰਾ ਪੰਜਾਬ ਕਹਿੰਦਾ ਬੇਅਦਬੀਆਂ ਜਵਾਹਰ ਬੁਰਜ ਸਿੰਘ ਵਾਲੇ ਤੁਸੀਂ ਕਰਾਈਆਂ। ਮੈਂ ਨਹੀਂ ਕਹਿੰਦਾ, ਅਕਾਲੀਆਂ ਤੇ ਆਉਂਦੀ ਹੈ ਗੱਲ, ਗੇੜਾ ਦੇ ਕੇ ਅਕਾਲੀਆਂ ਤੇ ਆਉਂਦੀ ਗੱਲ। ਮੈਂ ਤਾਂ ਕਦੇ ਵੀ ਨਹੀਂ ਕਿਹਾ। ਮੈਂ ਤਾਂ ਕਿਹਾ ਵੀ ਜਿਹੜਾ ਬੰਦਾ ਵੀ ਆਉਂਦਾ ਹੈ ਉਹ ਬੰਦਾ ਕਦੇ ਮਾਫੀ ਦੇ ਯੋਗ ਨਹੀਂ, ਤੇ ਉਹਨੂੰ ਮਾਫੀ ਮਿਲਣੀ ਨਹੀਂ ਰੱਬ ਦੇ ਘਰ 'ਚ ਵੀ। ਸੋ ਇਹ ਸਵਾਲ ਜਿਹੜੇ ਆ ਬੇਤੁਕੇ ਨਾ ਕਰੋ, ਇਹ ਬੜੇ ਹਰਟਫੁਲ ਤੁਹਾਡੇ ਸਵਾਲ ਨੇ, ਇਹ ਤਕਲੀਫ ਦੇ ਸਵਾਲ ਨੇ। ਇੱਥੇ ਪਾਰਟੀਆਂ ਨਹੀਂ ਹੈ, ਸਿਆਸਤ ਕੋਈ ਨਹੀਂ ਹੋ ਰਹੀ। ਇਹ ਸਿਆਸਤ ਤਾਂ ਪ੍ਰਮਾਤਮਾ ਕਰੂਗਾ ਇਹੋ ਜਿਹੀ ਜਿਹੜੀ ਯਾਦ ਰੱਖੋਗੇ। ਦੂਜੀ ਗੱਲ ਸੰਘੇੜਾ ਸਾਹਿਬ ਦੀ, ਉਹ ਘਟਾਲਾ ਹੋ ਗਿਆ, ਇੱਕ ਵੈਕਸੀਨ ਦਾ ਘਟਾਲਾ ਹੋ ਗਿਆ, ਇੱਕ ਉਹ ਫਲਾਨਾ ਘਟਾਲਾ ਹੋ ਗਿਆ। ਮੇਰੀ ਗੱਲ ਸੁਣੋ, ਸੈਂਟਰਲ ਗਵਰਨਮੈਂਟ ਨੇ ਜਿਹਨੇ ਵੈਕਸੀਨ ਸਪਲਾਈ ਕਰਨੀ ਹੈ, ਉਹਨੇ 3 ਰੇਟ ਰੱਖੇ ਹੋਏ ਸੀ ਵੈਕਸੀਨ ਦੇ। ਕੀ ਕਰ ਲਿਆ ਤੁਸੀਂ?
ਕਿਹੜਾ ਘਟਾਲਾ ਹੋ ਗਿਆ? ਜਦੋਂ ਕਿਸਾਨਾਂ ਨੇ ਜਾ ਕੇ ਅੰਦੋਲਨ ਲਾਇਆ ਦਿੱਲੀ ਦੇ ਵਿੱਚ ਤੇ ਕੇਜਰੀਵਾਲ ਨੇ 4 ਮਹੀਨੇ ਚੁੱਪੀ ਰੱਖੀ। ਕਿ ਉਹ ਬੀਜੇਪੀ ਨੇ ਪੈਸੇ ਦਿੱਤੇ ਸੀਗੇ ਕੇਜਰੀਵਾਲ ਨੂੰ? ਵੀ ਬੋਲੀ ਨਾ, ਕੋਈ ਚੁੱਪੀ ਨਹੀਂ ਰੱਖੀ, ਨਾ ਲਾਇਆ, ਇਹ ਕੋਈ ਚੁੱਪੀ ਨਹੀਂ ਰੱਖੀ, ਲਾਇਆ ਕਰੋ, ਉਹ ਨਾ ਚੁੱਪ, ਕੋਈ ਚੁੱਪੀ ਨਹੀਂ ਰੱਖੀ। ਫਿਰ ਉਹੀ ਗੱਲ ਨਾਲ ਸੀਟ ਦਿੱਤੀਆਂ, ਝੂਠ ਨਾ ਬੋਲੋ। ਸਰਦਾਰ ਜੀ ਇਹਨਾਂ ਨੂੰ ਕੋਈ ਚੁੱਪੀ ਨਹੀਂ ਰੱਖੀ ਅਸੀਂ। ਆਪਦੀ ਵਾਰੀ ਸੱਚ ਬੋਲ ਲੈਣ, ਇਹ ਮੈਨੂੰ ਝੂਠ ਬੋਲ ਫਿਰ ਫਤਿਹ ਕਿੱਟ ਘੁਟਾਲੇ ਬਾਰੇ ਦੱਸੋ ਤੁਸੀਂ। ਤੂੰ ਫਤਿਹ ਕਿੱਟ ਘੁਟਾਲੇ ਬਾਰੇ ਦੱਸੋ। ਉਹ ਇਹਨੂੰ ਇੱਕ ਮਿੰਟ ਚੁੱਪ ਤਾਂ ਕਰਾ ਲਓ ਯਾਰ। ਡਾਕਟਰ ਸੰਧੂ ਆਪਣੇ ਕੋਲ ਜੀ। ਡਾਕਟਰ ਸੰਧੂ ਮੈਂ ਸਵਾਲ ਲੈਣਾ ਚਾਹੁੰਦਾ ਹਾਂ, ਸਮਾਂ ਵੀ ਘੱਟ ਹੈ, ਮੈਂ ਸਵਾਲ ਜ਼ਰੂਰ ਲੈਣਾ ਚਾਹੁੰਦਾ। ਮੈਂ ਕੰਪਲੀਟ ਜਿਹੜੀ ਸਿੰਗੜਾ ਸਾਹਿਬ ਨੇ ਗੱਲ ਕੀਤੀ ਹੈ ਸਰ, ਜਿਹੜੀ ਸਿੰਗੜਾ ਸਾਹਿਬ ਨੇ ਗੱਲ ਕੀਤੀ ਹੈ ਵੈਕਸੀਨ ਦੀ ਗੱਲ ਕੀਤੀ ਹੈ, ਉਹਦੇ ਚ ਜਿਹੜਾ ਚਾਹੇ ਅਕਾਲੀ ਦਲ ਹੈ ਚਾਹੇ ਆਪ ਵਾਲੇ ਇਹ ਕਹਿ ਰਹੇ ਹੈ ਕਿ ਜਿਹੜੇ ਪ੍ਰਾਈਵੇਟ ਆਰਗੇਨਾਈਜੇਸ਼ਨ ਹੈਗੀਆਂ, ਹਸਪੀਟਲ ਜਿਹੜਾ ਹੈਗਾ ਪ੍ਰਾਈਵੇਟ ਸਿਸਟਮ ਹੈ, ਹੈਲਥ ਸਿਸਟਮ, ਉਹਨਾਂ ਨੂੰ ਵੇਚਦੀ ਤੇ ਅੱਗੇ ਕਿਤੇ ਮਹਿੰਗੇ ਭਾਅ ਤੇ ਉਹ ਜਿਹੜੀ ਵੈਕਸੀਨ ਜਿਹੜੀ ਲਗਾਈ ਜਾ ਰਹੀ ਹੈ ਉਸ ਘਟਾਲੇ ਦੀ ਗੱਲ ਕਰ ਰਹੇ ਆ। ਉਹ ਮੈਂ ਕੋਈ ਨਿਆਣਾ ਨਹੀਂ, ਇਹਨੂੰ ਸਮਝ ਨਹੀਂ ਆਈ ਸਵਾਲ ਦੀ। ਸਵਾਲ ਨੂੰ ਮੈਂ ਪੂਰਾ ਸਮਝਦਾ, ਮੈਂ ਡਾਕਟਰ ਹੈ, ਠੀਕ ਹੈ। ਔਰ ਇਹ ਜਿਹੜੀ ਗੱਲ ਹੋਈ ਹੈ ਇਹਦੇ ਤੇ ਵੀ ਸੈਡੀਸ਼ਨ ਦਾ ਕੇਸ ਬਣਨਾ ਚਾਹੀਦਾ ਜਿਸ ਬੰਦੇ ਨੇ ਕੀਤੀ ਹੈ, ਚਾਹੇ ਉਹ ਸਾਡਾ ਮਿਨਿਸਟਰ ਹੈ, ਚਾਹੇ ਉਹ ਕੋਈ ਵਿੱਚ ਡੀਲਰ ਹੈ। ਇਹਦੇ ਤੇ ਸੈਡੀਸ਼ਨ ਦਾ ਕੇਸ ਹੋਣਾ ਚਾਹੀਦਾ। ਐਂਟੀ ਨੈਸ਼ਨਲ ਐਕਟੀਵਿਟੀ ਹੈ ਇਹ। ਪਰ ਕੀ ਸੈਡੀਸ਼ਨ ਦਾ ਕੇਸ ਮੋਦੀ ਤੇ ਕਰੋਗੇ ਜਿਹਨੇ 3 ਤਰ੍ਹਾਂ ਦੀ ਵੈਕਸੀਨ ਤੇ 3 ਰੇਟ ਬਣਾ ਕੇ ਭੇਜੇ ਸੀਗੇ? ਮੈਂ ਜਸਟੀਫਾਈ ਨਹੀਂ ਕਰਦਾਗਾ ਵੈਕਸੀਨ ਦਾ ਵਿਕਣਾ। ਮੈਂ ਕਹਿੰਦਾ ਵੀ ਇਨਕੁਆਇਰੀ ਹੋ ਕੇ ਬੰਦੇ ਨੂੰ ਟੰਗਣਾ ਚਾਹੀਦਾ, ਉਮਰ ਕੈਦ ਹੋਣੀ ਚਾਹੀਦੀ ਉਹਨੂੰ। ਦੂਸਰੀ ਗੱਲ, ਫਤਿਹ ਕਿੱਟ ਭਾਈ ਸਾਹਿਬ, ਤੁਸੀਂ ਇੱਕ ਆਪਦੀ ਗੱਲ ਕਰੋ। ਤੁਸੀਂ ਤੁਹਾਡੇ ਕੇਜਰੀਵਾਲ ਨੇ 10-15 ਹਜ਼ਾਰ ਉਂਗਲ ਤੇ ਲਾ ਕੇ ਆਕਸੀਜਨ ਚੱਕਰ ਲਈ ਭੇਜਿਆ ਸੀ, ਤੁਸੀਂ ਹਾਹਾਕਾਰ ਮਚਾਤੀ ਪੰਜਾਬ 'ਚ। ਉਹ ਜੀ ਅਸੀਂ ਤਾਂ ਜੀ ਕਮਾਲ ਕਰਤੀ ਜੀ, ਕਮਾਲ ਦੇਖੋ ਅਸੀਂ ਤਾਂ ਘਰੋਂ ਘਰੀ ਵੱਢੀ ਜਾਂਦੇ ਆ, ਇੱਕ ਪੰਚਾਇਤ 'ਚ ਇੱਕ ਦੇਤਾ ਨਾ। ਤੁਹਾਨੂੰ ਇਸ ਗੱਲ ਦੀ ਅਕਲ ਕਿ ਇੱਕ ਜਿਹੜਾ ਹੈਗਾ ਉਹਨੂੰ 10 ਵਾਰੀ ਉਂਗਲ ਧੋ ਕੇ ਫੇਰ ਫਸਾਓਗੇ ਵਿੱਚ। ਫਤਿਹ ਕਿੱਟ ਦੇ ਵਿੱਚ ਘਟਾਲਾ ਨਹੀਂ ਹੈ। ਜਿਨ੍ਹਾਂ ਤੋਂ ਸਪਲਾਈ ਲੈਣੀ ਹੈ ਉਹਨਾਂ ਦੇ ਰੇਟ ਵਧੀ ਜਾਂਦੇ ਆ, ਉਹਦੀ ਮਰਜ਼ੀ ਦੇ ਰੇਟ ਲਾਉਂਦੇ ਆ, ਔਰ ਮਰਜ਼ੀ ਦੇ ਜੇ ਲੱਗਦੇ ਆ ਤਾਂ ਰੇਟ ਵਧਾਉਣਾ ਪੈਂਦਾ। ਫਤਿਹ ਕਿੱਟ ਮੰਡੀਆਂ ਗਈਆਂ। ਜਿਹੜਾ ਸਾਹਿਬ ਪਿੰਡਾਂ 'ਚ ਫਿਰਦੇ ਹੋ, ਪਤਾ ਨਹੀਂ ਕਿਹੜੇ ਪਿੰਡ 'ਚ ਫਿਰਦੇ ਹੋ ਤੁਸੀਂ। ਮੇਰਾ ਨਹੀਂ ਖਿਆਲ ਸੀ ਕਦੇ ਕਿਸੇ ਪਿੰਡ 'ਚ ਗਿਆ ਹੀ ਹੋਵੇ, ਕਿਉਂਕਿ ਮੈਂ ਵੀ ਪਿੰਡਾਂ 'ਚ ਰਹਿੰਦਾ। ਮੈਂ ਕੋਈ ਪਿੰਡਾਂ ਸ਼ਹਿਰਾਂ 'ਚ ਨਹੀਂ ਬੈਠਾ। ਫਤਿਹ ਕਿੱਟ ਮੰਡੀਆਂ ਗਈਆਂ ਮੁਫਤ। ਤੁਹਾਡੀ ਸ਼ਹਿਰਾਂ ਵਾਲੀ ਸਿੱਧੂ ਸਾਹਿਬ ਮੈਨੂੰ ਜਵਾਬ ਦੇ ਦਿਓ। ਸਿੰਗੜਾ ਜੀ ਮੈਂ ਆ ਰਿਹਾ। ਧਾਰਨੀ ਸਾਹਿਬ ਤੁਹਾਡੇ ਤੋਂ ਪਹਿਲਾਂ ਇੰਤਜ਼ਾਰ ਕਰ ਰਹੇ ਸੀ। ਸਿੰਗੜਾ ਜੀ ਮੈਂ ਡੈਫੀਨਿਟਲੀ ਤੁਹਾਡੇ ਵੱਲ ਜਵਾਬ ਵੱਲ ਆ ਰਿਹਾ। ਧਾਰਨੀ ਜੀ ਤੁਸੀਂ ਆਪਣੀ ਗੱਲ ਮੁਕੰਮਲ ਕਰੋ, ਫਿਰ ਮੈਂ ਸਿੰਗੜਾ ਸਾਹਿਬ ਤੋਂ ਜਵਾਬ ਲੈਣਾ ਜੀ। ਧਾਰਨੀ ਸਾਹਿਬ ਇਹ ਹੈਗੀ ਹੈ ਜੀ ਕਿ ਜਿੱਥੋਂ ਤੱਕ ਤਾਂ ਕਾਂਗਰਸ ਦੀ ਗੱਲ ਹੈਗੀ ਆ, ਕਾਂਗਰਸ ਦੀ ਗੁਰਪ੍ਰੀਤ ਜੀ ਵੀ ਮੰਨਦੇ ਹੈਗੇ ਆ ਵੀ ਕੁਛ ਹੱਦ ਤੱਕ ਫੇਲ ਹੈਗਾ, ਕੁਛ ਹੱਦ ਤੱਕ ਠੀਕ ਹੈਗਾ। ਜੇ ਤਾਂ ਚੰਨੀ ਜੀ ਕੈਪਟਨ ਸਾਹਿਬ ਦੇ ਨਾਲ ਚੱਲਦੇ ਆ ਤਾਂ ਮੀ ਟੂ ਸਾਫ਼ ਹੈ। ਜੇ ਸਿੱਧੂ ਸਾਹਿਬ ਕੈਪਟਨ ਸਾਹਿਬ ਦੇ ਨਾਲ ਚੱਲਦੇ ਆ ਤਾਂ ਉਹਨਾਂ ਦੇ ਵਿਜੀਲੈਂਸ ਦੇ ਘਟਾਲੇ ਸਾਫ਼ ਹੈ। ਦੂਜੀ ਗੱਲ, ਮੈਂ ਦੇਖੋ ਆਪਣੇ ਸੰਘੇੜਾ ਸਾਹਿਬ ਦੀ ਗੱਲਾਂ ਦੇ ਵਿੱਚ ਬਹੁਤਾ ਆਉਣਾ ਨਹੀਂ ਸੀ ਚਾਹੁੰਦਾ, ਪਰ ਇਹਨਾਂ ਨੂੰ ਆਦਤ ਹੈ ਇੱਕ ਉਂਗਲ ਲਾਉਣ ਦੀ। ਮੈਂ ਇਹਨਾਂ ਨੂੰ ਪੁੱਛਦਾ ਕਿ ਤੁਹਾਡੇ ਪੱਲੇ ਹੈ ਕੀ ਹੈ? ਤੁਹਾਡੇ ਬੰਦੇ ਹੈ ਕਿੰਨੇ ਰਹਿ ਗਏ? ਹੈ ਕਿੰਨੇ ਸੀ, ਰਹਿ ਕਿੰਨੇ ਗਏ? ਔਰ ਦੂਜੀ ਗੱਲ, ਮੈਂ ਤੁਹਾਤੋਂ ਸਵਾਲ ਨਹੀਂ ਪੁੱਛਦਾ, ਤੁਹਾਡੇ ਖਹਿਰਾ ਸਾਹਿਬ ਗਏ ਆ, ਤੁਸੀਂ ਉਹਨਾਂ ਦੇ ਸਵਾਲਾਂ ਦੇ ਜਵਾਬ ਦਿਓ ਤਾਂ ਕਿ ਤੁਹਾਨੂੰ ਪਤਾ ਲੱਗੇ, ਕਿਉਂਕਿ ਤੁਹਾਡੇ ਵਿੱਚੋਂ ਗਏ ਵੀ ਹੈਗੇ ਆ, ਉਹ ਤੁਹਾਡੇ ਤੇ ਸਵਾਲ ਕਰਦੇ ਹੈਗੇ ਆ ਕਿ ਤੁਸੀਂ ਕੀ ਕੁਛ ਕੀਤਾ ਹੈਗਾ। ਔਰ ਰਹਿ ਗਈ ਗੱਲ ਆ ਦਿੱਲੀ, ਜਿੰਨੇ ਕੁ ਪੈਸਿਆਂ ਦਾ ਇਹਨਾਂ ਨੇ ਐਮਬੈਸਲਮੈਂਟ ਕੀਤੀ ਹੋਊਗੀ ਨਾ, ਉਨੇ ਪੈਸੇ ਤਾਂ ਤੁਹਾਡਾ ਸੀਐਮ ਜਿਹੜਾ ਹੈਗਾ ਦਿੱਲੀ ਦੇ ਵਿੱਚ ਇਸ਼ਤਿਹਾਰਾਂ ਪਰ, ਟੀਵੀਆਂ ਪਰ, ਅੱਜ ਕੱਲ ਕੀ ਗੱਲ ਉਹ ਜਿਹੜਾ ਹੈਗਾ ਕੋਈ ਮਾਡਲ ਹੈਗਾ ਜਿਹੜਾ ਹਰ ਟੀਵੀ ਤੇ ਆ ਕੇ ਜਿਹੜਾ ਹੈਗਾ ਕੋਵਿਡ ਦੀ ਚੁੱਪ ਕਰਾਓ। ਧਾਰਨੀ ਸਾਹਿਬ ਨੂੰ ਲੈਕਚਰ ਦੇਣ ਲੱਗਾ ਡਿਬੇਟ ਤੇ ਗੱਲ ਕਰੋ ਜਾਂ ਮੈਨੂੰ ਵੀ ਪੂਰਾ ਉਹਨਾਂ ਟਾਈਮ ਦਿਓ। ਇਹ ਰੈਲੀ ਨਹੀਂ ਹੋ ਰਹੀ ਧਾਰਨੀ ਸਾਹਿਬ, ਇਲੈਕਸ਼ਨ ਨੇੜੇ ਹੀ ਆ, ਰੈਲੀ ਨਹੀਂ ਹੋ ਰਹੀ ਹੈ। ਇੱਕ ਮਿੰਟ ਤੁਸੀਂ ਗੱਲ ਵਿੱਚ ਨਾ ਬੋਲਿਆ ਕਰੋ। ਓਕੇ ਧਾਰਨੀ ਸਾਹਿਬ ਮੈਂ ਸਵਾਲ ਲੈਣਾ। ਧਾਰਨੀ ਜੀ ਮੈਂ ਸਵਾਲ ਲੈਣਾ। ਧਾਰਨੀ ਜੀ ਪਲੀਜ਼। ਨਹੀਂ ਇਟਸ ਅ ਇਨਡਾਇਰੈਕਟ ਕਰਪਸ਼ਨ ਜੋ ਕੇਜਰੀਵਾਲ ਨੇ। ਲੈਕਚਰ ਬੰਦ ਕਰਾਓ ਜੀ ਇਹਨਾਂ ਦਾ। ਓਕੇ ਸਿੰਗੜਾ ਜੀ। ਦੇਖੋ ਧਾਰਨੀ ਸਾਹਿਬ, ਸਿੰਗੜਾ ਸਾਹਿਬ ਇਸ ਤਰ੍ਹਾਂ ਨਹੀਂ ਬੋਲਣਾ ਜੀ। ਮੈਂ ਤੁਹਾਨੂੰ ਅੱਜ ਤਾਈਂ ਕਦੇ ਬੋਲਣਾ ਨਹੀਂ ਹੈਗਾ। ਲੈਕਚਰ ਤੁਸੀਂ ਹਰੇਕ ਦੇ ਵਿੱਚ ਬੋਲਦੇ ਆ, ਹਰੇਕ ਦੇ ਵਿੱਚ। ਧਾਰਨੀ ਸਾਹਿਬ ਰੈਲੀਆਂ ਹੋਣੀਆਂ ਜਾਂ ਹੁਣ ਬੋਲੀ ਜਾਓ। ਮੈਂ ਕਿਹਾ ਤੁਸੀਂ ਬੋਲੀ ਜਾਓ ਜਿਹੜਾ ਬੋਲਣਾ। ਤੁਹਾਨੂੰ ਸਮਾਂ ਦੇ ਰਿਹਾ ਲੱਗਦਾ ਹੈਗਾ। ਧਾਰਨੀ ਸਾਹਿਬ ਮੇਰਾ ਸਵਾਲ ਸੁਣ ਲਓ। ਸੰਖੇਪ ਦੇ ਵਿੱਚ ਸਵਾਲ ਜ਼ਰੂਰੀ ਹੈ। ਤੁਸੀਂ ਪੋਸਟਾਂ ਦੀ ਗੱਲ ਕੀਤੀ ਹੈ। ਕੈਪਟਨ ਅਮਰਿੰਦਰ ਦੇ ਟੀਵੀ ਚੈਨਲਾਂ ਤੇ ਮੀਡੀਆ 'ਚ ਤੜਾ-ਤੜ ਪੋਸਟ ਆ ਰਿਹਾ ਹੈ। ਅਰਵਿੰਦ ਕੇਜਰੀਵਾਲ ਨੂੰ ਮੈਂ ਡਿਫੈਂਡ ਨਹੀਂ ਕਰ ਰਿਹਾ, ਉਹਦੇ ਵੀ ਆ ਰਹੇ ਹੋਣਗੇ।
ਜਦੋਂ ਅਕਾਲੀ ਦਲ ਭਾਜਪਾ ਦੀ ਸਰਕਾਰ ਸੀ। ਰਹੇ ਨਹੀਂ ਹੋਣਗੇ, ਇਹ ਆ ਤਾਂ ਰਹੇ ਇੱਕ ਬਹੁਤ ਵੱਡਾ ਸਵਾਲ, ਤਾਨੀ ਸਾਹਿਬ, ਬਹੁਤ ਵੱਡਾ ਸਵਾਲ ਹੈ ਇਹ ਕਿ ਲੋਕਾਂ ਦਾ ਪੈਸਾ ਜਿਹੜਾ ਹੈਗਾ, ਲੋਕਾਂ ਦਾ ਸਰਮਾਇਆ, ਆਖਰ ਇਲੈਕਸ਼ਨਾਂ ਨੇੜੇ ਆ ਕੇ ਸਾਰੀਆਂ ਹੀ ਪੋਲੀਟੀਕਲ ਪਾਰਟੀਆਂ ਆਪਣਾ ਪ੍ਰੋਪੇਗੈਂਡਾ ਸਰਕਾਰੀ ਖਰਚੇ ਤੇ ਕਰਦੀਆਂ ਜਨਾਬ। ਸੰਖੇਪ ਚ ਇਹ ਸਾਰੀਆਂ ਪਾਰਟੀਆਂ ਤੇ ਲਾਗੂ ਹੁੰਦਾ। ਤਾਨੀ ਸਾਹਿਬ, ਮੈਂ ਤਾਂ ਕਹਿਣਾ ਸੰਘੇੜਾ ਸਾਹਿਬ ਮੈਨੂੰ ਲੈਕਚਰ ਦੱਸਦੇ ਹੈਗੇ, ਮੈਨੂੰ ਇਹ ਦੱਸ ਦੇਣ ਬਈ ਸੀਐਮ ਨੂੰ ਕੀ ਰਾਈਟ ਹੈਗਾ ਇੱਕ ਮਾਡਲ ਬਣ ਕੇ ਜਿਹੜਾ ਹੈਗਾ ਕੋਵਿਡ ਦੀ ਦਵਾਈ ਦੀ ਐਡ ਕਰਨ। ਨੰਬਰ 1 ਨੰਬਰ 2 ਲੋਕਾਂ ਦਾ ਪਬਲਿਕ ਦਾ ਪੈਸਾ ਜਿਹੜਾ ਹੈਗਾ ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ ਨੂੰ ਦੇਣ ਦਾ। ਓਕੇ, ਥੈਂਕ ਯੂ ਤਾਨੀ ਸਾਹਿਬ। ਸਿੰਗੜਾ ਸਾਹਿਬ ਜੀ, ਸਿੰਗੜਾ ਜੀ, ਜਦੋਂ ਤੁਸੀਂ ਸਾਡੇ ਧਾਰਨੀ ਸਾਹਿਬ ਮੇਰੀ ਗੱਲ ਸੁਣੋ। ਸਿੰਗੜਾ ਜੀ, ਮੇਰਾ ਸਵਾਲ ਸੁਣ ਲਓ ਪਹਿਲਾਂ। ਡਾਕਟਰ ਸੰਧੂ ਨੇ ਜਦੋਂ ਤੁਸੀਂ ਕਰਪਸ਼ਨ ਦੀ ਜਿਹੜੀ ਗੱਲ ਕੀਤੀ ਹੈ, ਡਾਕਟਰ ਸੰਧੂ ਨੇ ਨਾਲ ਹੀ ਇੱਕ ਬੜਾ ਦਲੇਰਾਨਾ ਕਮੈਂਟਸ ਵੀ ਕੀਤਾ ਹੈ ਕਿ ਅਗਰ ਹੈਲਥ ਮਿਨਿਸਟਰ ਜਿਹੜਾ ਵੈਕਸੀਨੇਸ਼ਨ ਦੇ ਮੁੱਦੇ ਤੇ ਘੁਟਾਲਾ ਹੋਇਆ ਉਹਦੀ ਜਾਂਚ ਹੋਣੀ ਚਾਹੀਦੀ ਹੈ ਕਿ ਚੱਲਣਾ ਚਾਹੀਦਾ, ਜੇ ਕੋਈ ਜ਼ਿੰਮੇਵਾਰ ਹੈ ਤਾਂ ਜੇਲ੍ਹ 'ਚ ਵੀ ਜਾਣਾ ਚਾਹੀਦਾ। ਉਹ ਡਿਫੈਂਡ ਨਹੀਂ ਕਰਦੇ ਇਸ ਗੱਲ ਨੂੰ। ਜੀ ਸਿੰਗੜਾ ਜੀ, ਹੁਣ ਆਪਣੀ ਗੱਲ ਵੀ ਮੁਕੰਮਲ ਕਰੋ ਪਲੀਜ਼। ਦੇਖੋ, ਡਾਕਟਰ ਸੰਧੂ ਨੇ ਉਹਨਾਂ ਨੇ ਕਿਹਾ ਕਿ ਮੈਂ ਪੜ੍ਹਿਆ ਲਿਖਿਆ ਬੰਦਾ ਹਾਂ, ਮੈਂ ਡਾਕਟਰ ਹਾਂ। ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਮੈਨੂੰ ਡਾਕਟਰ ਸੰਧੂ ਦੀ ਲਿਆਕਤ ਤੇ ਕੋਈ ਗੱਲ ਨਹੀਂ ਮੈਂ ਕੀਤੀ। ਬਹੁਤ ਇੰਟੈਲੀਜੈਂਟ ਨੇ, ਸਾਰਾ ਕੁਝ ਜਾਣਦੇ ਨੇ ਔਰ ਦਲੇਰ ਵੀ ਨੇ। ਕੋਈ ਵੀ ਬੁਲਾਰਾ ਇਸ ਤਰ੍ਹਾਂ ਨਹੀਂ ਐਡਮਿਟ ਕਰਦਾ ਜਿੱਥੇ ਕਿਤੇ ਗਲਤੀ ਹੋਵੇ। ਉਹਨਾਂ ਨੇ ਇਹ ਵੀ ਕਿਹਾ ਵੀ ਸਜ਼ਾ ਹੋਣੀ ਚਾਹੀਦੀ। ਮੈਂ ਇਹਨਾਂ ਦਾ ਸਤਿਕਾਰ ਕਰਦਾ ਇਸ ਗੱਲ ਤੋਂ, ਪਰ ਮੈਂ ਇੱਕ ਗੱਲ ਜ਼ਰੂਰ ਹਾਈਲਾਈਟ ਕਰਨੀ ਚਾਹੁੰਦਾ ਹਾਂ ਕਿ ਇੱਕ ਜਿਹੜਾ ਵੈਕਸੀਨ ਘੁਟਾਲਾ ਆ ਉਹ ਅਲੱਗ ਚੀਜ਼ ਹੈ। ਦੇਖੋ, ਜਿਹੜਾ ਸੰਧੂ ਸਾਹਿਬ ਆਉਣੀ ਸੀ ਨਾ ਵੈਕਸੀਨ ਪ੍ਰਾਈਵੇਟ ਹਸਪੀਟਲਸ ਨੂੰ, ਉਹ ਅਲੱਗ ਕੋਟਾ ਆ ਰਿਹਾ ਕੇਂਦਰ ਤੋਂ। ਇਹ ਸਰਕਾਰੀ ਵੈਕਸੀਨ, ਜਿਹੜੀ ਵੈਕਸੀਨ ਆਈ ਹੈ ਸਰਕਾਰੀ ਹਸਪੀਟਲ ਦੇ ਰਾਹੀਂ ਲੱਗਣ ਦੀ, ਇਹਨੂੰ ਨਹੀਂ ਵੇਚਿਆ ਜਾ ਸਕਦਾ। ਇਹ ਇਲੀਗੈਲਿਟੀ ਆ। ਤੁਸੀਂ ਜੇ ਨਹੀਂ ਡੀਪਲੀ ਸਟੱਡੀ ਕੀਤਾ, ਮੈਂ ਪਰਸਨਲ ਨਹੀਂ ਕਰ ਰਿਹਾ। ਦੂਜਾ ਫਤਿਹ ਕਿੱਟ ਘੁਟਾਲਾ, ਮੈਂ ਮੰਨਦਾ ਰੇਟ ਵੱਧ ਜਾਂਦੇ ਆ, ਹਾਂਜੀ ਲੰਬਾ ਹੋ ਗਿਆ ਕੰਮ, ਉਹਦੇ ਨਾਲ ਵੱਧ ਸਕਦੇ ਆ, ਪਰ ਤੁਹਾਨੂੰ ਚੰਗੀ ਤਰ੍ਹਾਂ ਪਤਾ, ਤੁਸੀਂ ਬਹੁਤ ਇੰਟੈਲੀਜੈਂਟ ਹੋ। ਨੈਸ਼ਨਲ ਵਿਜੀਲੈਂਸ ਕਮਿਸ਼ਨ ਦੀ ਹਦਾਇਤਾਂ ਦੇ ਅਨੁਸਾਰ ਵੀ ਸਿੱਧਾ ਇਹ 420 ਬਣਦੀ ਆ। ਕਰਪਸ਼ਨ ਹੈ, ਇਹ ਕ੍ਰਿਮੀਨਲ ਅਫੈਂਸ ਹੈ। ਜਿੰਨਾ ਵੀ ਟੈਂਡਰ ਆਇਆ ਉਹਦੇ ਤੋਂ 100 ਰੁਪਇਆ ਵੀ ਨਹੀਂ ਤੁਸੀਂ ਵਧਾ ਸਕਦੇ। ਹਾਂ, ਦੁਬਾਰਾ ਟੈਂਡਰ ਸੱਦ ਕੇ ਜਿੰਨਾ ਮਰਜ਼ੀ ਵਧਾ ਲਓ, ਪਰ ਉਹ ਬਿਨਾਂ ਟੈਂਡਰ ਸੱਦਣ ਤੋਂ ਜੇ 940 ਦਾ ਟੈਂਡਰ ਕਿਸੇ ਨੇ ਭਰਿਆ ਤਾਂ ਉਹਨੂੰ 1040 ਤੇ ਪ੍ਰਤੀ ਕਿੱਟ ਦੇਤੀ। ਇਸੇ ਤਰ੍ਹਾਂ ਵਧਾ ਕੇ ਹੁੰਦਾ ਰਿਹਾ ਆ, ਜਿਹੜਾ ਕਿ ਕੀ ਕਲੀਅਰ ਕੱਟ ਕਰਪਸ਼ਨ ਦਾ ਮੁੱਦਾ। ਇਸੇ ਕਰਕੇ ਜਿਹੜਾ ਇੰਚਾਰਜ ਆ ਉਹਨੂੰ ਸ਼ਿਫਟ ਵੀ ਕਰਤਾ, ਉਹਦੇ ਤੇ ਕ੍ਰਿਮੀਨਲ ਮੁਕੱਦਮਾ ਦਰਜ ਹੋਣਾ ਚਾਹੀਦਾ। ਨੰਬਰ 2 ਤੇ ਧਾਰਨੀ ਸਾਹਿਬ ਦੀ ਇੱਕ ਮਿੰਟ ਸੈਂਟੈਂਸ ਗੱਲ ਕਰ ਦਿਓ। ਸੰਧੂ ਸਾਹਿਬ ਨੇ ਤਾਂ ਧਾਰਨੀ ਸਾਹਿਬ ਬਾਰੇ, ਇਹਨਾਂ ਦੀ ਪਾਰਟੀ ਬਾਰੇ ਇਹ ਕਿਹਾ ਕਿ ਸਾਰਾ ਪੰਜਾਬ ਤੁਹਾਡਾ ਨਾਂ ਲੈਂਦਾ। ਕੱਲਾ ਨਾਂ ਹੀ ਨਹੀਂ ਲੈਂਦਾ ਸੰਧੂ ਸਾਹਿਬ, ਕਰਵਾਇਆ ਹੀ ਸਾਰਾ ਇਹਨਾਂ ਨੇ ਆ। ਇਹਨਾਂ ਨੇ ਕਿਉਂ ਨਹੀਂ 2 ਮੁੰਡਿਆਂ ਦੇ ਕਤਲ ਦੇ ਦੋਸ਼ੀ ਫੜੇ? ਇਹਨਾਂ ਦੇ ਰਾਜ ਦੇ ਵਿੱਚ ਹੀ ਸਤਨਾਮ ਵਾਹਿਗੁਰੂ ਦਾ ਜਾਪ ਕਰਦੀ ਸੰਗਤ ਜਿਹੜੀ ਇਹੀ ਕਹਿ ਰਹੀ ਸੀ ਬੇਅਦਬੀ ਦੇ ਦੋਸ਼ੀਆਂ ਨੂੰ ਫੜੋ, ਉਹਨਾਂ ਵਿਰੁੱਧ ਕਾਰਵਾਈ ਕਰੋ, ਉਹਨਾਂ ਤੇ ਅੰਨ੍ਹੇਵਾਹ AK-47 ਨਾਲ ਗੋਲੀਆਂ ਚਲਾਈਆਂ ਇਹਨਾਂ ਦੀ ਸਰਕਾਰ ਨੇ। ਫਿਰ ਇਹਨਾਂ ਦੀ ਸਰਕਾਰ ਨੇ 2 ਸਾਲ ਕੁਛ ਨਹੀਂ ਕੀਤਾ। ਸਿੱਧੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਆ ਇਹਦੇ ਲਈ ਜ਼ਿੰਮੇਵਾਰ ਨੇ, ਇਹਨਾਂ ਨੇ ਕਰਵਾਇਆ। ਕਾਨੂੰਨੀ ਦਾ ਪੇਚਾਂ ਨਾਲ ਕੈਪਟਨ ਅਮਰਿੰਦਰ ਸਿੰਘ ਨਾਲ ਰਲੇ ਹੋਏ ਆ, ਬਚ ਜਾਣ ਉਹ ਵੱਖਰੀ ਗੱਲ ਹੈ, ਉਹ ਅਲੱਗ ਚੀਜ਼ ਹੈ। ਆ ਗਈ ਗੱਲ ਸਿੰਗੜਾ ਸਾਹਿਬ, ਸਿੰਗੜਾ ਜੀ ਆ ਗਈ ਗੱਲ ਤੁਹਾਡੀ। ਜੀ ਤਾਨੀ ਸਾਹਿਬ ਇਸ ਮੁੱਦੇ ਤੇ ਜਵਾਬ ਜ਼ਰੂਰ ਦਿਓ, ਪਰ ਇੱਕ ਸਵਾਲ ਮੈਂ ਵੀ ਤੁਹਾਡੇ ਤੋਂ ਕਰਾਂਗਾ ਤਾਨੀ ਜੀ, ਉਹ ਇਹ ਹੈ ਕਿ ਕੀ ਹੁਣ ਜਿਹੜੀ ਕਾਂਗਰਸ ਦੀ ਆਪਾਂ ਮੁੱਦਿਆਂ ਦੀ ਗੱਲ ਕਰਦੇ ਹਾਂ, ਮੁੱਦਿਆਂ ਦੇ ਉੱਤੇ ਕਾਂਗਰਸ ਜਵਾਬਦੇਹ ਹੋਏਗੀ ਜਾਂ ਚਿਹਰੇ ਬਦਲਣ ਦੇ ਨਾਲ ਪੰਜਾਬੀਆਂ ਦੇ ਮਨ ਜਿੱਤ ਸਕਦੇ ਆ? ਕੱਲ ਨੂੰ ਨਵਜੋਤ ਸਿੱਧੂ ਕੋਈ ਹੋਰ ਚਿਹਰਾ ਅੱਗੇ ਆ ਜਾਂਦਾ, ਕੈਪਟਨ ਪਾਸੇ ਹੋ ਜਾਂਦਾ, ਕੀ ਇਸ ਗੱਲ ਦੇ ਨਾਲ ਪੰਜਾਬੀਆਂ ਨੂੰ ਜਿੱਤਿਆ ਜਾ ਸਕਦਾ ਹੈ? ਜੇ ਮੁੱਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ, ਨਸ਼ਿਆਂ ਦਾ ਮੁੱਦਾ, ਕਰਪਸ਼ਨ ਦਾ ਮੁੱਦਾ, ਜੇ ਮੁੱਦੇ ਸਟੈਂਡ ਕਰਦੇ ਆ, ਮੁੱਦੇ ਵੱਡੇ ਆ ਕਿ ਜਾਂ ਚਿਹਰਿਆਂ ਦੀ ਲੜਾਈ ਹੈ? ਜੀ ਤਾਨੀ ਜੀ, ਤੁਸੀਂ ਆਪਣੀ ਗੱਲ ਵੀ ਕਰਿਓ ਪਰ ਇਹ ਜਵਾਬ ਵੀ ਦਿਓ ਇਸ ਗੱਲ ਦਾ। ਜੀ ਆਵਾਜ਼ ਨਹੀਂ ਆ ਰਹੀ ਤਾਂ ਹੈਲੋ, ਆਵਾਜ਼ ਆ ਰਹੀ ਹੈ ਤੁਹਾਡੀ। ਦੇਖੋ, ਚਿਹਰੇ ਜਿਹੜੇ ਮਰਜ਼ੀ ਹੋਣ, ਰਿਪਰੈਜ਼ੈਂਟ ਸਾਰੇ ਦੇ ਸਾਰੇ ਜਿਹੜੇ ਹੈਗੇ ਆ ਕਾਂਗਰਸ ਨੂੰ ਕਰਦੇ ਹੈਗੇ ਆ, ਔਰ ਕਾਂਗਰਸ ਦੀ ਜਿਹੜੀ ਕਾਰਗੁਜ਼ਾਰੀ ਆ ਉਹ ਦੇਖੀ ਜਾਣੀ ਹੈ, ਇੰਡੀਵਿਜੂਅਲ ਦੀ ਨਹੀਂ ਦੇਖੀ ਜਾਣੀ। ਕਿਉਂਕਿ ਇੰਡੀਵਿਜੂਅਲ ਦੀ ਕਾਰਗੁਜ਼ਾਰੀ ਤਾਂ ਉਹ ਆਪ ਹੀ ਰੋਂਦੇ ਆ ਕਿ ਸਾਡੇ ਪੱਲੇ ਛੱਡਿਆ ਹੀ ਕੱਖ ਨਹੀਂ ਹੈਗਾ, ਸਾਨੂੰ ਕੁਝ ਕਰਨ ਹੀ ਨਹੀਂ ਦਿੱਤਾ ਹੈਗਾ। ਤੁਸੀਂ ਡਿਵੈਲਪਮੈਂਟ ਦੇ ਨਾਂ ਦੇ ਉੱਤੇ ਕੋਈ ਗੱਲ ਕਰਦੇ ਹੋ। ਆ ਫਤਿਹ ਕਿੱਟ ਵਾਲੀ ਗੱਲ ਦੀ ਗੱਲ ਕਰ ਰਹੇ ਸੀ। ਫਤਿਹ ਕਿੱਟ ਵਾਲੀ ਜਿਹੜੀ ਹੈਗੀ ਆ ਉਹ ਹਾਈ ਕੋਰਟ ਦੇ ਵਿੱਚ ਮਾਮਲਾ ਅੱਜ ਚਲਾ ਗਿਆ, ਹਾਈ ਕੋਰਟ ਨੇ ਉਹਦਾ ਸੰਗਿਆਨ ਲੈ ਲਿਆ। ਦੂਜੀ ਗੱਲ ਜਿਹੜੀ ਹੈਗੀ ਆ, ਸੰਘੇੜਾ ਸਾਹਿਬ ਨੇ ਇੱਕ ਟੇਪ ਕਰੀ ਵੀ ਹੈਗੀ ਆ, ਉਹਦੇ ਬਾਰੇ ਚ ਬਰਗਾੜੀ ਵਾਲੇ ਬਾਰੇ ਇਹਨਾਂ ਨੇ ਬੋਲਣਾ, ਸਤਨਾਮ ਜਾਪ ਕਰਦੇ ਤੇ ਜੀ ਉੱਤੇ ਗੋਲੀ ਚਲਾਤੀ। ਨਹੀਂ, ਟੇਪ ਦਾ ਕੀ ਮਤਲਬ? ਸਹੀ ਆ ਗੱਲ ਇਹ, ਤੁਸੀਂ ਉਦਾਂ ਗੱਲ ਕਰੋ। ਇੱਕ ਮਿੰਟ, ਤੁਸੀਂ ਮੈਨੂੰ ਲੈਕਚਰ ਦੱਸਦੇ ਆ,
ਤੁਸੀਂ ਮੈਨੂੰ ਨਾਲ ਥੋੜਾ ਜਿਹਾ ਮੌੜ ਬੰਬ ਬਾਰੇ ਵੀ ਕਾਂਡ ਬਾਰੇ ਵੀ ਬੋਲ ਦੇਣਾ ਸੀ, ਫਿਰ ਸਾਰੀ ਗੱਲ ਜਿਹੜੀ ਹੈਗੀ ਆ ਕਲੀਅਰ ਹੋ ਜਾਂਦੀ। ਕੇਜਰੀਵਾਲ ਸਾਹਿਬ ਦਾ ਆਉਣਾ, ਕੇਜਰੀਵਾਲ ਸਾਹਿਬ ਦਾ ਲੁਧਿਆਣੇ ਤੋਂ ਮਾਫੀ ਮੰਗ ਕੇ ਭੱਜਣਾ, ਅੱਡੀਆਂ ਨੂੰ ਥੁੱਕ ਲਾ ਕੇ, ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ। ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਖਹਿਰਾ ਸਾਹਿਬ ਦੱਸ ਦਿਆ ਕਰਨਗੇ, ਤੁਸੀਂ ਜਿੰਨਾ ਅੱਜ ਦੀ ਘੜੀ ਜਿਹੜਾ ਤੁਸੀਂ ਆਪਣਾ ਲੈਕਚਰ ਦੇਣਾ ਜੀ ਸਦਕੇ ਦਿਓ। ਇਹ ਆ ਗਈ ਗੱਲ ਖਹਿਰੇ ਦੀ ਇੰਨੀ ਚਮਚੀ ਕਿਉਂ ਮਾਰ ਰਹੇ ਹੋ? ਹੁਣ ਸਾਡੇ ਵੱਲ ਆ ਰਹੇ ਆ, ਸਾਨੂੰ ਕੀ ਲੋੜ ਹੈ? ਨਹੀਂ ਫਿਰ ਇੰਨਾ ਖਹਿਰੇ ਦਾ ਨਾਮ ਲੈ ਰਹੇ ਹੋ ਨਾ, ਤੁਸੀਂ ਆਪਣੀ ਪਾਰਟੀ ਸ਼ਾਮਲ ਕਰ ਰਹੇ ਹੋ। ਉਹ ਪੰਜਾਬ ਏਕਤਾ ਪਾਰਟੀ ਨਾਲ ਹੀ ਉਧਰੋਂ ਗਏ ਆ, ਟੀਵੀ ਦੇਖਦੇ ਆ, ਅਸੀਂ ਤਾਂ ਕੱਢਿਆ ਹੋਇਆ ਉਹਨਾਂ ਨੂੰ, ਦੋਨੋਂ ਟਾਈਮ ਵੇਸਟ ਕਰ ਅਸੀਂ ਕੱਢ ਦਿੱਤਾ ਸੀ ਧਾਰਨੀ ਸਾਹਿਬ, ਅਸੀਂ ਕੱਢ ਦਿੱਤਾ ਸੀ ਇਹਨਾਂ ਨੂੰ, ਉਹ ਪੀ ਜੋ ਗਏ ਆ। ਜੀ ਧਾਰਨੀ ਸਾਹਿਬ ਪੰਜਾਬ ਏਕਤਾ ਪਾਰਟੀ ਚੋਂ ਗਏ ਆ ਸੰਧੂ ਸਾਹਿਬ ਦੀ ਪਾਰਟੀ ਚ। ਓਕੇ ਸਿੱਧੂ ਦੇ ਤਰਲੇ ਜੀ ਧਾਰਨੀ ਸਾਹਿਬ ਮੇਰੀ ਬੇਨਤੀ ਹੈ, ਸਾਰੇ ਪੰਜਾਬੀਆਂ ਦੇ ਤਰਲੇ ਕਰਦੇ ਆ ਪੰਜਾਬ ਨੂੰ ਬਚਾਉਣ ਲਈ, ਕਿਉਂਕਿ ਤੁਸੀਂ ਪੰਜਾਬ ਨੂੰ ਡੋਬਿਆ ਹੋਇਆ। ਗੱਲ ਮੁਕੰਮਲ ਹੋਗੀ, ਤੁਹਾਡੀ ਗੱਲ ਮੁਕੰਮਲ ਹੋਗੀ। ਮੈਂ ਡਾਕਟਰ ਸੰਧੂ ਤੋਂ ਜਵਾਬ ਲੈਣਾ ਚਾਹਾਂਗਾ। ਡਾਕਟਰ ਸੰਧੂ, ਪੰਜਾਬ ਦੇ ਮੁੱਦੇ ਦੀ ਆਪਾਂ ਗੱਲ ਕਰ, ਬਹੁਤ ਵੱਡਾ ਮੁੱਦਾ ਜਦੋਂ ਆਪਾਂ ਗੱਲ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ, ਨਸ਼ਿਆਂ ਦੇ ਮੁੱਦੇ ਦੀ, ਕਰਪਸ਼ਨ ਦੇ ਮੁੱਦੇ ਦੀ, ਕੀ ਹੁਣ ਕਾਂਗਰਸ ਜਿਹੜੀ ਕਿ ਚਿਹਰੇ ਬਦਲਣ ਦੇ ਨਾਲ ਲੋਕਾਂ ਚ ਅੱਗੇ ਆ ਸਕਦੀ ਹੈ ਜਾਂ ਮੁੱਦਿਆਂ ਤੇ ਜਵਾਬਦੇਹੀ ਹੋਏਗੀ? ਦੇਖੋ ਜੀ, ਮੁੱਦਿਆਂ ਤੇ ਜਵਾਬਦੇਹੀ ਤਾਂ ਹੋਣੀ ਹੈ, ਕਿਉਂਕਿ ਸਰਕਾਰਾਂ ਬਣਦੀਆਂ ਲੋਕ ਭਲਾਈ ਵਾਸਤੇ, ਸਰਕਾਰਾਂ ਬਣਦੀਆਂ ਲੋਕਾਂ ਨੂੰ ਸਹੂਲਤਾਂ ਦੇਣ ਵਾਸਤੇ, ਉਹਨਾਂ ਦੀ ਜ਼ਿੰਦਗੀ ਸੌਖੀ ਕਰਨ ਵਾਸਤੇ, ਬੇਰੁਜ਼ਗਾਰੀ ਖਤਮ ਕਰਨ ਵਾਸਤੇ। ਉਹ ਮੁੱਦਿਆਂ ਦਾ ਜਵਾਬ ਤਾਂ ਦੇਣਾ ਪੈਣਾ। ਜਿੱਥੋਂ ਤੱਕ ਚਿਹਰਿਆਂ ਦਾ ਤਾਲੁਕ ਹੈ, ਚਿਹਰੇ ਦਾ ਫਰਕ ਇਹ ਹੈ ਕਿ ਜਿਹੜੀ ਕਾਰਗੁਜ਼ਾਰੀ ਬਤੌਰ ਮੋਢੀ ਔਰ ਜਿਸ ਸਖਤਾਈ ਨਾਲ ਹੋਣੀ ਚਾਹੀਦੀ ਸੀ ਕੈਪਟਨ ਸਾਹਿਬ ਤੋਂ, ਉਹ ਹਜੇ ਤੱਕ ਨਹੀਂ ਹੋਈ। ਠੀਕ ਹੈ ਜੀ। ਦੂਜੇ ਪਾਸੇ ਜਿਹੜਾ ਬੰਦਾ ਉਹਨਾਂ ਨੂੰ ਚੈਲੰਜ ਕਰ ਰਿਹਾ, ਇੱਕ ਤਰ੍ਹਾਂ ਦਾ ਤੁਸੀਂ ਕਹਿ ਰਹੇ ਹੋ, ਮੈਂ ਤਾਂ ਨਹੀਂ ਕਹਿੰਦਾ ਪਾਰਟੀ ਦੇ ਵਿੱਚ ਦੀ ਗੱਲ ਹੈ, ਲੇਕਿਨ ਉਹਦਾ ਕਿਰਦਾਰ, ਉਹਦੀ ਨੀਅਤ, ਉਹਦੇ ਤੇ ਕੋਈ ਸ਼ੱਕ ਕਰ ਨਹੀਂ ਸਕਦਾ, ਉਹਦੀ ਓਨੈਸਟੀ ਤੇ ਸ਼ੱਕ ਨਹੀਂ ਕਰ ਸਕਦਾ ਕੋਈ। ਠੀਕ ਹੈ ਜੀ। ਉਹ ਹੁਣ ਗੱਲ ਆ ਵੀ ਇੱਧਰ ਸੰਘੇੜਾ ਸਾਹਿਬ ਹੋਰਾਂ ਦੇ ਅੰਗੂਰ ਖੱਟੇ ਹੋ ਗਏ, ਹੁਣ ਇਹਨਾਂ ਨੂੰ ਲੱਭਣਾ ਪੈਣਾ ਲੀਡਰ ਕੋਈ। ਵੈਸੇ ਇਹਨਾਂ ਨੂੰ ਆਸ ਸੀਗੀ ਸ਼ਾਇਦ ਸਾਡੇ ਕੋਲ ਆ ਜਾਊਗਾ। ਸੰਘੇੜਾ ਸਾਹਿਬ, ਮੈਂ ਇੱਕ ਗੱਲ ਕਹਿਣੀ ਚਾਹੁੰਦਾ ਪੰਜਾਬ ਸਰਕਾਰ ਦੇ ਹੱਕ 'ਚ, ਇੱਕੋ ਹੀ ਗੱਲ, ਕਿ ਅੱਜ ਨੈਸ਼ਨਲ ਐਜੂਕੇਸ਼ਨ ਕਮਿਸ਼ਨ ਨੇ ਪੰਜਾਬ ਨੂੰ ਨੰਬਰ 1 ਸਟੇਟ ਦਾ ਅਹੁਦਾ ਦਿੱਤਾ ਹੈ, ਦਰਜਾ ਦਿੱਤਾ ਹੈ, ਜਦੋਂ ਕਿ ਤੁਹਾਡੇ ਰੌਲਾ ਪਾ ਕੇਜਰੀਵਾਲ ਨੇ ਸਕੂਲਾਂ 'ਚ ਆਨੀ ਪਾ ਦੀ, ਬੰਬ ਕੱਢਤੀ, 2 ਨੰਬਰ ਤੇ ਹੈ, 2 ਨੰਬਰ ਤੇ ਹੈ। ਔਰ ਦੂਜੀ ਗੱਲ, ਡਿਸਪਾਈਟ ਤੁਹਾਡੇ ਰੌਲਾ ਪਾਉਣ ਦੇ, ਤੀਜੀ ਗੱਲ ਮੈਂ ਇੱਕ ਹੋਰ, ਲਾਸਟ ਜੀ ਬਸ 5 ਸੈਕਿੰਡ, ਜੇ ਕੋਈ ਸੱਚਾ ਸੁੱਚਾ ਬੰਦਾ ਕਿਸੇ ਪਾਰਟੀ ਦਾ ਵੀ ਲੋਕਾਂ ਦੇ ਮੂਹਰੇ ਆ ਕੇ ਖੜਦਾ ਵੀ ਮੈਂ ਵਚਨਬੱਧ ਹਾਂ, ਮੈਂ ਤੁਹਾਡੇ ਨਾਲ ਖੜ ਕੇ ਤੁਹਾਡੇ ਮਸਲਿਆਂ ਤੇ ਮੁੱਦਿਆਂ ਦੇ ਉੱਤੇ ਸਰਕਾਰ ਬਣਾ ਕੇ ਤੁਹਾਡੇ ਮਸਲੇ ਹੱਲ ਕਰੂੰਗਾ, ਤਾਂ ਬਹੁਤ ਫਰਕ ਪੈਂਦਾ ਉਸ ਇੱਕ ਬੰਦੇ ਨਾਲ, ਬਜਾਏ ਇਸ ਦੇ ਕਿ ਲੋਕ ਕਹਿਣ ਮੁੱਦੇ ਤਾਂ ਹੁਣ ਹੈਗੇ ਆ, ਕੰਮ ਤਾਂ ਹੋਇਆ ਨਹੀਂ, ਕੰਮ ਤਾਂ ਅਗਲੀ ਸਰਕਾਰ ਝੂਠ ਮਾਰ ਕੇ ਕਰੇ ਕਿ ਸੱਚ ਬੋਲ ਕੇ ਕਰੇ। ਜੇ ਤਾਂ ਝੂਠ ਮਾਰ ਕੇ ਕਰਨੀ ਹੈ ਤਾਂ 2 ਪਾਰਟੀਆਂ ਹੋ ਰਹੀਆਂ, ਤੇ ਜੇ ਸੱਚਾਈ ਤੇ ਖੜਨਾ ਤਾਂ ਨਵਜੋਤ ਸਿੰਘ ਸਿੱਧੂ ਹੈਗਾ ਸਾਡੇ ਕੋਲ। ਓਕੇ, ਥੈਂਕ ਯੂ ਵੈਰੀ ਮਚ। ਧਾਰਨੀ ਸਾਹਿਬ, 2 ਲਾਈਨਾਂ 'ਚ ਜਵਾਬ, ਸਮਾਂ ਵੀ ਆਪਣੇ ਕੋਲੇ ਹੈ ਨਹੀਂ, ਪਰ ਤੁਸੀਂ ਕਹਿ ਰਹੇ ਹੋ ਕਿ ਜਵਾਬ ਦੇਣਾ ਚਾਹੁੰਦੇ ਹੋ, 2 ਲਾਈਨਾਂ ਦਾ ਜਵਾਬ ਇਸੇ ਮੁੱਦੇ ਤੇ। ਆਪਾਂ ਆਪ ਵਾਸਤੇ ਅਕਾਲੀ ਦਲ ਨਾਲ ਬਣਾਈਏ, ਮੈਂ ਪੰਜਾਬ ਦੇ ਮੁੱਦੇ ਤੇ ਜਵਾਬ ਲੈਣਾ ਚਾਹੁੰਦਾ ਜੀ। ਮੈਂ ਨਾ ਆਮ ਦੀ ਗੱਲ ਕਰਦਾ, ਨਾ ਮੈਂ ਖਾਸ ਦੀ ਗੱਲ ਕਰਦਾ ਹੈਗਾ। ਮੈਂ ਕਹਿੰਦਾ ਕਿ ਕੱਲ ਕਾਟਜੂ ਨੇ ਇੱਕ ਜਿਹੜੀ ਹੈਗੀ ਆ ਸਪੀਚ ਦਿੱਤੀ ਹੈਗੀ ਆ, ਉਹਨੂੰ ਜ਼ਰੂਰ ਸੰਘੇੜਾ ਸਾਹਿਬ ਵੀ ਦੇਖ ਲੈਣ। ਉਹਨਾਂ ਨੇ ਆਪ ਦੀ ਵੀ ਗੱਲ ਕੀਤੀ ਆ, ਉਹਨਾਂ ਨੇ ਕਾਂਗਰਸ ਦੀ ਵੀ ਕੀਤੀ ਆ, ਉਹਨਾਂ ਨੇ ਬੀਜੇਪੀ ਦੀ ਵੀ ਕੀਤੀ ਹੈਗੀ ਆ। ਇਹਨਾਂ ਦੇ ਜਿਹੜੇ ਲੱਛਣਾਂ ਬਾਰੇ ਨਾ ਉਹਨਾਂ ਨੇ ਗੱਲ ਕੀਤੀ ਵੀ ਹੈਗੀ ਆ ਕਿ ਇਹਨਾਂ ਨੇ ਦੇਸ਼ ਦਾ ਪੱਠਾ ਬਿਠਾਤਾ। ਓਕੇ, ਚਲੋ ਓਕੇ, ਲੋਕ ਅਸੀਂ ਮਿਹਰਬਾਨੀ, ਅਸੀਂ ਇੱਕ ਛੋਟੇ ਜਿਹੇ ਸਿਟੀ 'ਚ ਸਾਡੀ ਸਰਕਾਰ ਹੈ, ਅਸੀਂ ਦੇਸ਼ ਦਾ ਪੱਠਾ ਬਿਠਾਤਾ ਹੈ। ਸੰਘੇੜਾ ਜੀ, ਲਾਸਟ ਕਮੈਂਟ ਤੁਹਾਡੇ। ਸਿੱਧੂ ਸਾਹਿਬ, ਜਿਹੜੀ ਆ ਨਵਾਂ ਟੌਪਿਕ ਸੰਧੂ ਸਾਹਿਬ ਨੇ ਟੱਚ ਕੀਤਾ ਹੈ ਨਾ, ਉਹਦੇ ਕੀ ਪੈਰਾਮੀਟਰਸ ਦਾ ਕੀ ਹੈਗਾ, ਉਹਦੇ ਹਿਸਾਬ ਨਾਲ ਦੇਖਿਆ ਜਾਣਾ ਹੈ। ਮੈਨੂੰ ਉਹਦੇ ਬਾਰੇ ਨਹੀਂ ਮੈਂ ਡਿਟੇਲ 'ਚ ਪੜ੍ਹਿਆ ਹੈਗਾ। ਏਦਾਂ ਦੀ ਕੋਈ ਗੱਲ ਨਹੀਂ ਹੈ। ਮੇਰੇ ਕੋਲ ਪ੍ਰਾਈਮ ਮਿਨਿਸਟਰ ਆਉਂਦਾ, ਉਹਨੂੰ ਵੀ ਦਿੱਲੀ ਦੇ ਸਰਕਾਰੀ ਸਕੂਲ ਦਿਖਾਏ ਜਾਂਦੇ ਆ, ਸੋ ਏਦਾਂ ਦੀ ਕੋਈ ਗੱਲ ਨਹੀਂ ਹੈ। ਉਹ ਸਾਰਿਆਂ ਨੂੰ ਦੈਟ ਇਜ਼ ਐਸਟੈਬਲਿਸ਼ਡ ਟਰੂਥ। ਦਿੱਲੀ ਦੇ ਐਜੂਕੇਸ਼ਨ ਮਿਨਿਸਟਰ ਨੂੰ ਬਾਹਰਲੀਆਂ ਕਾਮਾਂ ਤੇ ਸੱਦਿਆ ਜਾਂਦਾ ਆ। ਸੋ ਉਹ ਅਲੱਗ ਚੀਜ਼ ਹੈ। ਜਿਹੜੀ ਸੰਧੂ ਸਾਹਿਬ ਨੇ ਗੱਲ ਕੀਤੀ ਹੈ ਕਿ ਉਹਦੀ ਸਰਕਾਰ ਦੀ ਕਾਰਗੁਜ਼ਾਰੀ ਦੀ, ਉਹ ਮਿਲ ਲਿਆ, ਮੈਂ ਦੱਸ ਚੁੱਕਾ ਪਹਿਲਾਂ ਜੀ। ਥੈਂਕ ਯੂ ਡਾਕਟਰ ਸੰਧੂ ਸਾਹਿਬ, ਨਹੀਂ ਦੇ ਰਿਹਾ, ਬਹੁਤ ਮਿਹਰਬਾਨੀ ਸਰ। ਇੱਕ ਜਸਟਿਸ ਕਾਟਜੂ ਤੇ ਇੱਕ ਖਾਲਸਾ ਸਿੰਘ ਸੰਘੇੜਾ ਇਹੀ ਦੱਸਦੇ ਆ, ਇਹਨਾਂ ਨੂੰ ਸਭ ਕੁਝ ਪਤਾ ਹੈ। ਓਕੇ, ਥੈਂਕ ਯੂ ਵੈਰੀ ਮਚ।
मैं जी सर इस मुद्दे ते आने ਲਈ मैं धारनी साहब डॉक्टर संधू सिंगड़ा जी तिन्नों का बहुत बहुत धन्यवादी है। सवाल तो पंजाब दे उठणगे क्योंकि कांग्रेस सत्ता दे विच है, मामला चेहरिਆਂ ਦਾ ਜਾਂ मामला मुद्दों का है। एक गल बड़ी स्पष्ट है, कैप्टन अमरिंदर ने यह फैसला किया है कि चाहे आप वाले है चाहे अकाली दल वाले है, वो कहते कि रैलियां करके इदां दे धरने दे के कोरोना फैला रहे हैं। पर कैप्टन अमरिंदर नूं पंजाब दे लोग जरूर पुछणगे कि तुहाडी कैबिनेट दे अंदर जिहड़ा इस तरह का संकट खड़ा होया है, इस मुद्दे दे उत्ते इस दे खिलाफ जिहड़ा पंजाब दा नुकसान हो रहा, पंजाब दी हैल्थ दा जो नुकसान होएगा उस नूं लैके कौन केस दर्ज कराएगा। कैप्टन अमरिंदर जी इन्हां मामलिਆਂ ते आउण लई तुहाडे सारिਆਂ ਵੱਲੋਂ मैं मुड़ अपने तिन्नां मेहमानां दा धन्नवादी इस दे नाल ही तुहाडे कोलों भी लवांगा इजाजत। सत श्री अकाल। थैंक यू वेरी मच। साडा हर एक प्रोग्राम देखण ते साडे नाल जुड़न लई सबसक्राइब करो चैनल पंजाबी ते नोटिफिकेशन लई बेल आइकन वाले बटन ते क्लिक करो।